ਹੱਕਾਂ ਲਈ ਜੋ ਲੜਦੇ ਲੋਕ, ਵਿੱਚ ਮੈਦਾਨੇ ਖੜਦੇ ਲੋਕ। ਇਹ ਗੱਲ ਤੇ ਇਹ ਨਾਰਾ ਉਦੋਂ ਸਾਰਥਕ ਹੋਣਾ ਸ਼ੁਰੂ ਹੋਇਆ ਜਿਸ ਗੱਲ ਦਾ ਜ਼ਿਕਰ ਅਸੀਂ ਵਾਰ-ਵਾਰ ਕਰ ਰਹੇ ਹਾਂ, ਸ਼ਹਾਦਤਾਂ। ਸਫਰੇ ਕਿਸਾਨੀ ਸੰਘਰਸ਼ ਦੇ ਵਿੱਚ ਜਦੋਂ ਸਾਰੇ ਪੰਜਾਬ ਨੂੰ ਫਰੋਲਦੇ ਹਾਂ ਤਾਂ ਪੰਜਾਬ ਦੇ ਹਿੱਸੇ 700 ਤੋਂ ਵੱਧ ਸ਼ਹਾਦਤਾਂ ਆਈਆਂ। ਇਹ ਸ਼ਹਾਦਤਾਂ ਜੇਕਰ ਸਰਕਾਰੀ ਦਰਬਾਰੇ ਜਾਂ ਸਰਕਾਰ ਦੀਆਂ ਫਾਈਲਾਂ 'ਚ ਦੇਖੋਗੇ ਤਾਂ ਸ਼ਾਇਦ ਇਹ ਤੁਹਾਨੂੰ ਫਜ਼ੂਲ ਜੀਆਂ ਲੱਗਣਗੀਆਂ, ਕਿਉਂਕਿ ਸਰਕਾਰ ਨੂੰ ਤਾਂ ਲੋਕ ਸਭਾ ਦੇ ਵਿੱਚ ਦਿੱਤੇ ਹੋਏ ਇੱਕ ਉੱਤਰ ਦੇ ਵਿੱਚ ਇਹ ਅੰਕੜਾ ਤੱਕ ਨਹੀਂ ਪਤਾ ਸੀ ਕਿ ਕੀ ਕਿਸਾਨ ਸ਼ਹੀਦ ਵੀ ਹੋਏ ਨੇ ਜਾਂ ਨਹੀਂ। ਇਹ ਉਹਨਾਂ ਸਰਕਾਰਾਂ ਦੀ ਗੱਲ ਹੈ ਜਿਹੜੀਆਂ ਸਰਕਾਰਾਂ ਇਸ ਦੇਸ਼ ਨੂੰ, ਜਿਹਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ, ਇਹ ਉਸ ਸਰਕਾਰ ਦੀ ਗੱਲ ਹੈ ਜਾਂ ਉਸ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਹੈ ਜਿਹੜੇ ਕਹਿੰਦੇ ਵੀ ਅਸੀਂ ਆਪਣੇ ਦੇਸ਼ ਨੂੰ ਪੂਰੀ ਦੁਨੀਆ ਦਾ ਵਿਸ਼ਵ ਗੁਰੂ ਬਣਾ ਦਿੱਤਾ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸੜਕਾਂ ਦੇ ਉੱਤੇ ਪਿਛਲੇ 1.25 ਸਾਲ ਤੋਂ ਰੁਲ ਰਹੇ ਲੋਕ, ਉਹਨਾਂ ਦੇ ਵਿੱਚੋਂ ਕਿੰਨੇ ਇਸ ਸੰਸਾਰ ਤੋਂ ਤੁਰ ਗਏ। ਹਾਲਾਂਕਿ ਮੌਤ ਕੁਦਰਤ ਦਾ ਸਹੀ ਨਿਯਮ ਹੈ, ਅਟਲ ਸੱਚਾਈ ਹੈ, ਪਰ ਉਸ ਦੇ ਆਉਣ ਦੇ ਤਰੀਕੇ ਦਾ ਇਹ ਨਿਰਧਾਰਤ ਔਰ ਨਿਸ਼ਚਿਤ ਕਰਨਾ ਵੀ ਕੁਦਰਤ ਦੇ ਹੱਥ ਹੈ। ਪਰ ਕਾਰਨ ਕੀ ਬਣਦੇ ਨੇ? ਕਿਸਾਨੀ ਸੰਘਰਸ਼ ਉਹ ਸੰਘਰਸ਼ ਜਿਸ ਨੂੰ ਅਸੀਂ ਹਮੇਸ਼ਾ ਉਸ ਸੰਘਰਸ਼ ਦੇ ਰੂਪ ਦੇ ਵਿੱਚ ਯਾਦ ਰੱਖਾਂਗੇ ਜਿਸ ਨੇ ਦੁਨੀਆ ਨੂੰ ਇੱਕ ਰਸਤਾ ਦਿਖਾਇਆ, ਜਿਸ ਨੇ ਦੁਨੀਆ ਦੇ ਅੱਗੇ ਇੱਕ ਮਿਸਾਲ ਜਗਾਈ ਕਿ ਜੇਕਰ ਹੱਕਾਂ ਲਈ ਲੜਿਆ ਜਾਵੇ, ਜੇਕਰ ਤੁਹਾਡੀ ਜ਼ਮੀਰ ਜਾਗਦੀ ਹੋਵੇ, ਤੁਹਾਡਾ ਅੰਦਰਲਾ ਜਾਗਦਾ ਹੋਵੇ ਤਾਂ ਤੁਸੀਂ ਕੋਈ ਵੀ ਕੁਰਬਾਨੀ ਕਰ ਸਕਦੇ ਹੋ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆਂ ਦੇ ਵਿੱਚ ਸ਼ਹੀਦ ਜਨਕ ਸਿੰਘ ਦੇ ਪਰਿਵਾਰ ਦੇ ਨਾਲ ਬੈਠੇ ਹਾਂ, ਉਹਨਾਂ ਦੇ ਪਿੰਡ ਵਾਲਿਆਂ ਦੇ ਨਾਲ ਬੈਠੇ ਹਾਂ। ਬੰਦੇ ਦਾ ਤੁਰ ਜਾਣਾ ਸਭ ਤੋਂ ਵੱਡਾ ਘਾਟਾ ਹੁੰਦਾ। ਬੇਸ਼ੱਕ ਕੋਈ ਕਿਸੇ ਨੂੰ ਕਿੰਨੀਆਂ ਨੌਕਰੀਆਂ ਦੇ ਦੇਵੇ, ਕੋਈ ਕਿਸੇ ਨੂੰ ਕਿੰਨੇ ਪੈਸੇ ਦੇ ਦੇਵੇ, ਬੰਦੇ ਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ, ਨਾ ਕਦੇ ਬੰਦੇ ਦਾ ਘਾਟਾ ਪੂਰਾ ਕੀਤਾ ਜਾ ਸਕਦਾ। ਕਿਸਾਨੀ ਅੰਦੋਲਨ ਚੱਲਿਆ ਤਾਂ ਪੰਜਾਬ ਤੋਂ ਵਹੀਰਾਂ ਘੱਤ ਕੇ ਲੋਕ ਦਿੱਲੀ ਬਾਰਡਰ ਨੂੰ ਪਹੁੰਚੇ। ਸਰਦਾਰ ਜਨਕ ਸਿੰਘ ਵੀ ਆਪਣੇ ਪਿੰਡ ਦੇ ਵਿੱਚੋਂ ਆਪਣੇ ਪਿੰਡ ਦੇ ਸਾਥੀਆਂ ਨਾਲ ਦਿੱਲੀ ਟਿਕਰੀ ਮੋਰਚੇ ਤੇ ਪਹੁੰਚਦੇ ਨੇ, ਸੇਵਾ ਕਰਦੇ ਨੇ। ਪਰ ਇੱਕ ਬੋਝ ਤਾਂ ਪਿਆ ਹੋਇਆ ਸੀ ਨਾ ਸਾਰਿਆਂ ਦੇ ਦਿਮਾਗ ਦੇ ਉੱਤੇ ਕਿ ਭਾਈ ਜੇ ਕਾਨੂੰਨ ਵਾਪਸ ਨਾ ਹੋਏ ਤਾਂ ਸਾਡੀਆਂ ਜ਼ਮੀਨਾਂ ਦਾ ਕੀ ਬਣੇਗਾ, ਸਾਡੀਆਂ ਨਸਲਾਂ ਦਾ ਕੀ ਬਣੇਗਾ, ਸਾਡੇ ਆਉਣ ਵਾਲੇ ਬੱਚਿਆਂ ਦਾ ਕੀ ਬਣੇਗਾ ਜੇ ਜ਼ਮੀਨ ਇਹ ਨਾ ਰਹੀ। ਬਸ ਉਸੇ ਬੋਝ ਕਰਕੇ ਜਿੱਦਾਂ ਹੋਰ ਬਹੁਤ ਸ਼ਹਾਦਤਾਂ ਹੋਈਆਂ, ਇੱਕ ਸ਼ਹੀਦ ਜਨਕ ਸਿੰਘ ਵੀ ਪਿੰਡ ਗੰਡੂਆਂ ਦਾ ਹੋ ਗਿਆ। ਗੱਲਬਾਤ ਦੇ ਸਿਲਸਿਲੇ ਸ਼ੁਰੂ ਕਰਦੇ ਹਾਂ ਕਿਉਂਕਿ ਇਹ ਸ਼ਹਾਦਤਾਂ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬ ਦੇ ਕਿਸਾਨਾਂ ਨੇ ਕਿਹੜਾ ਇਤਿਹਾਸ ਸਿਰਜਿਆ ਸੀ ਆਪਣੀ ਜਾਨ ਦੇ ਕੇ। ਬੇਬੀ ਸਤਿ ਸ੍ਰੀ ਅਕਾਲ। ਬੇਬੇ ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਗਰਮੇਲ ਹੈ ਜੀ। ਬੀਬੀ ਤੁਹਾਡੇ ਘਰ ਦੇ ਸੀਗੇ ਜਨਕ ਸਿੰਘ ਜੀ? ਹਾਂ ਮੇਰੇ ਘਰ ਆ। ਇੱਥੋਂ ਬੀਬੀ ਜਦ ਦਿੱਲੀ ਨੂੰ ਗਏ ਨੇ ਤੁਹਾਡੇ ਨਾਲ ਕੋਈ ਗੱਲ ਹੋਈ ਹੋਣੀ, ਕੀ ਕਹਿ ਕੇ ਗਏ? ਨਾ ਕੁਛ ਨਹੀਂ ਕਿਹਾ। ਜੋ ਕੋਈ ਬਾਗਾ ਕੁਛ ਨਹੀਂ ਕਿਹਾ। ਮੈਂ ਤਾਂ ਬਾਗੀ ਦੀ ਦੁਕਾਨ 'ਚ ਉੱਠ ਕੇ ਗੁਰਦੁਆਰੇ ਬਾਗਾ ਬੈਠਾ, ਕੋਈ ਗੱਲ ਨਹੀਂ ਕਰ। ਮੈਂ ਆਇਆ ਜ਼ਰੂਰ ਕਹਤਾ ਕਿ ਮੈਂ 8 ਦਿਨ ਲਾ ਕੇ ਦਿੱਲੀ ਆਏ ਢਿੱਲੇ ਹੋ ਕੇ ਉੱਥੋਂ? ਢਿੱਲਾ ਵੀ ਨਹੀਂ ਹੋਇਆ, ਉੱਥੇ ਦੌਰਾ ਹੀ ਪਿਆ। ਨਾ ਗੰਢੀ ਛੱਡੀ ਨਾਲ ਫਟ ਗਈ, ਨਾੜੀ ਫਟ ਗਈ ਕਹਿੰਦੇ। ਕੋਈ ਨਾ ਕੋਈ ਬੋਝ ਪਿਆ ਹੋਊ ਬੀਬੀ? ਨਾ ਕੋਈ ਬੋਝ ਨਹੀਂ, ਤੁਰੇ ਤਾਂ ਸੂਤ ਨਾ ਉੱਥੇ ਜਾ ਕੇ ਲਾ ਲਓ, ਕੀ ਪਤਾ ਮੈਨੂੰ ਹੁਣ ਕੀ ਹੋਇਆ। ਮਾਤਾ ਤੁਹਾਨੂੰ ਪਤਾ ਜਿਹੜਾ ਸਾਰਾ ਕੁਝ ਚੱਲਿਆ ਸੀ, ਜਿਹੜੇ ਧਰਨੇ ਲੱਗੇ ਸੀ ਆਪਣੇ, ਜੋ ਕੋ ਤੁਹਾਨੂੰ ਪਤਾ, ਜੋ ਤੁਹਾਡੇ ਦਿਲ ਦੀ ਗੱਲ ਹੈ? ਅੱਛਾ ਜੀ, ਜੋ ਤੁਹਾਡੇ ਦਿਲ ਦੀ ਗੱਲ। ਸਾਡੀ ਤਾਂ ਬਸ ਇਹੀ ਗੱਲ ਸੀਗੀ ਵੀ ਭਾਵੇਂ ਸਾਡਾ ਸਿਰੂਰ ਹੀ ਲੱਗ ਜੇ ਵੀ ਅਸੀਂ ਜਾਣਾ ਨਹੀਂ ਹੈਗਾ। ਜਿੱਦੇ ਸਾਡਾ ਅੰਦੋਲਨ ਕੋਈ ਸਾਡਾ ਹੱਕ ਮਿਲੂ ਵੀ ਉਦੋਂ ਹੀ ਆਵਾਂਗੇ ਅਸੀਂ, ਭਾਵੇਂ ਸਾਰੇ ਮੁੱਕ ਵੀ ਸਾਰੇ ਮੁੱਕ ਜੀਏ। ਭਾਵੇਂ ਕਿਸੇ ਦੇ ਕੋਈ ਕੱਲਾ ਤੇ ਕਿਸੇ ਦੇ ਦੋ ਤੇ ਸਾਰੇ ਗਏ ਹੋਏ ਤੇਗੇ, ਜਾਂਦੇ ਤੇ ਸਾਰੇ ਵਾਰੀ ਨਾਲ 8 ਦਿਨਾਂ ਤੋਂ ਆ ਜਾਂਦੇ ਤੇ ਦੂਏ ਨੂੰ ਤੋਰ ਦਿੰਦੇ ਹੁੰਦੇ ਤੇ। ਵੀ ਇਹ ਕੰਗਣਾ ਕਹਿੰਦੀ ਸੀ ਕਿ ਵੀ ਇਹ ਸਮਝ ਦਿਹਾੜੀ ਤੇ ਆਉਂਦੇ ਨੇ, ਵੀ ਅਸੀਂ ਆਖੇ ਵੀ ਸਾਡੇ ਬਰੋਬਰ ਬਈ ਜੇ ਭਾਵੇਂ 500 ਲੈ ਲੈ ਸਾਤੋਂ ਸਾਡੇ ਬਰੋਬਰ। ਹਾਂਜੀ ਇਹ ਕੰਗਣਾ ਨਾ ਬੀਬੀ ਨਾ ਗੱਲ ਉਸ ਦੀ ਕਰ ਰਹੀ ਹੈ, ਉਹ ਜਿਹੜੀ ਅਦਾਕਾਰਾ ਕੰਗਣਾ ਰਣੌਤ ਜਿਹਨੇ ਇਹ ਕਿਹਾ ਸੀ ਕਿ ਸਾਡੀਆਂ ਜਿਹੜੀਆਂ ਇਹ ਮਾਵਾਂ ਨੇ
ਇਹ ਕਹਿੰਦੇ 100 ਰੁਪਏ ਦਿਹਾੜੀ ਤੇ ਦਿਹਾੜੀ ਤੇ ਧਰਨੇ ਆਉਂਦੇ ਨੇ। ਹਾਂਜੀ, ਇਹ ਸਾਡੇ ਜੀ ਰੜਕ ਪਈ ਫਿਰ ਉਸ ਗੱਲ ਦੀ। ਅਸੀਂ ਆਖਿਆ ਵੀ ਭਾਵੇਂ ਕੁਛ ਵੀ ਹੋ ਜਾਏ, ਹੁਣ ਜਿੰਨਾ ਚਿਰ ਸਾਡਾ ਅੰਦੋਲਨ ਜਿੱਤਿਆ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਜਮੀ ਨਹੀਂ ਜਾਂਦੇ ਨਗਰ 'ਚ। ਬੀਬੀ ਇਹ ਸਮਝ ਫਿਰ ਕਿੱਥੋਂ ਆਈ ਵੀ ਹਾਂਜੀ। ਭਾਈ ਇਹ ਜਿੱਤਣਾ ਜ਼ਰੂਰੀ ਹੈ? ਇਹ ਸਾਨੂੰ ਸਮਝ ਆਈ ਜੀ, ਸਾਡੇ ਬੱਚੇ ਕੀ ਖਾਂਦੇ ਵੀ ਅਸੀਂ ਕੀ, ਸਾਡੇ ਕੋਲੇ ਕੀ ਤੀਗਾ ਜਾਇਦਾਦ ਤੋਂ ਬਿਨਾਂ ਸਾਡੇ ਕੋਲੇ ਕੱਖ ਵੀ ਨਹੀਂ ਤੀਗਾ। ਸਾਡੇ ਬੱਚੇ ਸਾਨੂੰ ਐਂ ਪੁੱਛਦੇ ਵੀ ਤੁਸੀਂ ਕਿੱਥੇ ਤੇ ਜਿੱਦੇ ਸਾਡੀ ਜ਼ਮੀਨ ਖੋਹੀ ਤੀ। ਹਾਂ ਦੇਖ ਅਸੀਂ ਕਿੰਨੀ ਕੀ ਸੋਹਣੀ ਕਰਨਾ? ਗੱਲ ਕਰ ਰਹੀ ਹੈ ਬੀਬੀ ਵੀ ਸਾਡੀ ਨਸਲਾਂ ਕੀ ਪੁੱਛਦੀਆਂ ਨਸਲਾਂ ਕੀ ਸਾਨੂੰ। ਪੁੱਛਦੀਆਂ, ਨਾਲੇ ਅਸੀਂ ਕਰਨਾ ਵੀ ਕੀ ਤੀ। ਅਸੀਂ ਤਾਂ 2 ਸਾਲ ਵੱਧ ਘੱਟ ਗਏ, ਘੱਟ ਕੱਟ ਗਏ। ਫਿਰ ਬੱਚਿਆਂ ਵਾਸਤੇ ਅਸੀਂ ਕੀ ਲੈ ਕੇ ਬੈਂਦੇ ਕਰੇ, ਕੀ ਖਾਂਦੇ? ਸਾਡੇ ਬੱਚਿਆਂ ਨੂੰ ਨੌਕਰੀ ਨਹੀਂ। ਸਾਡੀ ਮਾਈ ਦਾ ਕੱਲਾ ਕੱਲਾ ਸ਼ਬਦ ਸੁਣਿਓ, ਮਾਂ ਦਾ ਕੱਲਾ ਕੱਲਾ ਜੀ ਮਾਤਾ। ਜੇ ਸਾਡੇ ਬੱਚਿਆਂ ਨੂੰ ਨੌਕਰੀ ਦੇਵੇ, ਸਾਡਾ ਕਰਕੇ ਝੂਠੇ ਵਾਅਦੇ ਸਾਤੋਂ ਲੈ ਕੇ ਵੋਟਾਂ, ਝੂਠੇ ਵਾਅਦੇ ਕਰੇ ਗੁਟਕੇ ਦੇ ਹੱਥ ਧਰ ਕੇ। ਉਹਨੇ ਕਿਹਾ ਵੀ ਹਾਂ ਮੈਂ ਵੋਟਾਂ ਲੈ ਕੇ ਵੀ ਤੁਹਾਨੂੰ ਨੌਕਰੀਆਂ ਦੇਉਂ। ਹੁਣ ਕਿੱਥੇ ਸਾਨੂੰ ਦਿਖਾਈ ਵੀ ਨਹੀਂ ਦਿੱਤੀ। ਅਸੀਂ ਤਾਂ ਕਹਿੰਦੇ ਤੇ ਵੀ ਸਾਨੂੰ ਆ ਕੇ ਮਿਲੇ ਤਾਂ ਸਹੀ। ਅਸੀਂ 1.25 ਸਾਲ ਬੈਠੇ ਰਹੇ, ਸਾਡੀ ਆ ਕੇ ਕਿਸੇ ਨੇ ਪਾਣੀ ਤੱਕ ਜਾਤ ਵੀ ਨਹੀਂ ਪੁੱਛੀ। ਨਹੀਂ ਬੀਬੀ, ਤੁਹਾਡੇ ਤੇ ਤਾਂ ਪਾਣੀ ਮਾਰਿਆ ਤਾਂ ਸਹੀ ਉਹਨਾਂ ਨੇ। ਐਂ ਤਾਂ ਮਾਰੀਆਂ, ਪਸਵਾੜਾ ਮਾਰੀਆਂ, ਰੋੜੇ ਮਾਰੇ, ਰਾਹ ਬੰਦ ਕਰਤੇ। ਤੇ ਉਹਨਾਂ ਨੇ ਐਂ ਤਾਂ ਨਹੀਂ ਕਿਹਾ ਵੀ ਤੁਸੀਂ ਕਿਸੇ ਚੀਜ਼ ਕਨੀਓ ਤੰਗ ਤਾਂ ਨਹੀਂ। ਸਾਨੂੰ ਆ ਕੇ ਪੁੱਛਿਆ ਉਹਨਾਂ ਨੇ, ਸਰਕਾਰ ਨੇ ਜਾਤ ਨਹੀਂ ਪੁੱਛੀ ਕਿਸੇ। ਜਾਤ ਨਹੀਂ ਪੁੱਛੀ। ਹੁਣ ਫਿਰ ਵੋਟਾਂ ਨੂੰ ਫਿਰਦੇ ਕਿਹੜੇ ਮੂੰਹ ਮੜਨਗੇ ਪਿੰਡ 'ਚ? ਕਿਹੜੇ ਮੂੰਹ ਆਉਣਗੇ ਵੋਟਾਂ ਲੈਣ ਸਾਡੇ ਕੋਲ? ਇਹ ਅਸੀਂ ਬਹੁਤ ਪਾਪਾ ਹੰਬ ਕੇ ਵੋਟਾਂ ਹੁਣ ਤੱਕ ਬਹੁਤ ਪਾਤੀਆਂ ਵੀ ਹੁਣ ਅਸੀਂ ਆਪਦੀ ਮਰਜ਼ੀ ਕਰਾਂਗੇ। ਅਸੀਂ ਤਾਂ ਭਾਵੇਂ ਜ਼ਮੀਨ ਨਾ ਪਾਈਏ ਵੋਟਾਂ, ਸਾਨੂੰ ਕਿਹੜਾ ਕੋਈ ਕਿਸੇ ਦੀ ਨਾ ਕੋਈ ਤੁਹਾਡੇ ਤੇ ਧੌਂਸ ਨਹੀਂ ਹੈ ਜੀ, ਕੋਈ ਕਿਸੇ ਦਾ ਸਾਨੂੰ ਕਿਸੇ ਦਾ ਕੋਈ ਉਹ ਨਹੀਂ ਹੈਗਾ, ਦਬਾਅ ਨਹੀਂ ਹੈਗਾ, ਕੋਈ ਦਬਾਅ ਨਹੀਂ, ਕੋਈ ਆਪਦੀ ਮਰਜ਼ੀ ਨਾਲ ਅਸੀਂ ਕਿਸੇ ਨੂੰ ਪਾਈਏ, ਭਾਵੇਂ ਜ਼ਮੀਨ ਨਾ ਪਾਈਏ। ਪਰ ਸਾਨੂੰ ਆ ਨਹੀਂ ਕੋਈ ਆ ਕੇ ਕਹਿੰਦਾ ਵੀ ਮੈਂ ਤੁਹਾਡੇ ਤੇ ਇੰਨਾ ਉਹ ਕਰਿਆ, ਰਹਿਮ ਕਰਿਆ, ਤੁਸੀਂ ਕਿਉਂ ਨਹੀਂ ਪਾਉਂਦੇ? ਬੀਬੀ ਮੈਨੂੰ ਐ ਸਮਝਾਓ, ਮੈਨੂੰ ਨਹੀਂ ਸਾਰਿਆਂ ਨੂੰ ਸਮਝਾਓ ਵੀ ਜੇ ਇਹ ਕਾਨੂੰਨ ਨਾ ਆਉਂਦੇ ਹਾਂਜੀ ਫਿਰ ਆ ਬਾਪੂ ਜਨਕ ਵਰਗੇ ਆਪਣੇ ਘਰਾਂ 'ਚ ਬੈਠੇ ਹੁੰਦੇ, ਖਬਰਾਂ ਨਾ ਘਰੇ ਬੈਠੇ ਤੇ ਹਾਂ ਮੁੱਕਦੇ ਕਿਵੇਂ? ਉਹ ਤਾਂ ਗੱਭਰੂ ਪਏ ਤੇ ਉਹ ਕਿਹੜਾ ਕੋਈ ਆਹੋ ਤੇ ਕੱਲਾ ਬੱਚਾ ਤੀ ਉਹਨਾਂ ਦੇ। ਉਹਨਾਂ ਨੂੰ ਬੋਲੋ ਵੀ ਇਹਨਾਂ ਨੂੰ ਕਿੰਨੀ ਥੋੜ ਪੈਗੀ ਬੱਚੇ ਨੂੰ, ਉਹਦੇ ਨੂੰ, ਉਹ ਤੋਂ ਵੀ ਨਾ ਖੇਤੀ ਕਰੂਗਾ ਬੱਚਾ ਕਿ ਬਾਹਰ ਅੰਦਰਲੇ ਕੰਮ ਸਾਂਭੂਗਾ ਕਿ ਕੀ ਕਰੂਗਾ? ਦੇਖੋ ਜਿਨ੍ਹਾਂ ਦੇ ਘਰੇ ਹੁਣ ਇੱਕ ਜਾਣਾ ਉਹੀ ਬਾਹਰ ਰਹੀਏ, ਉਹਨੂੰ ਕਿੰਨਾ ਦੁੱਖ ਹੈਗਾ। ਬਜ਼ੁਰਗ ਤਾਂ ਉਹ ਵੀ ਘਰ ਦਾ ਜਾਂਦਾ ਹੁੰਦਾ। ਹਾਂਜੀ, ਬਜ਼ੁਰਗ ਹੈ ਹੀ ਨਹੀਂ ਤੇ ਜੀ, ਬਜ਼ੁਰਗ ਤਾਂ ਹੈ ਹੀ ਨਹੀਂ ਤੇ। ਹਲੇ ਬਜ਼ੁਰਗਾਂ ਦੀ ਥਾਂ ਹੋਏ ਨਹੀਂ ਤੇ ਉਹ ਤਾਂ ਸਾਰੇ 70 ਸਾਲ ਦੇ ਹੋਣਗੇ, ਵਾਲੇ ਤੋਂ ਬਾਅਦ 60-70 ਸਾਲ ਦੇ ਤੇ। ਬਜ਼ੁਰਗ ਤਾਂ ਹੈ ਹੀ ਨਹੀਂ ਤੇ। ਜੇ ਬਜ਼ੁਰਗ ਹੁੰਦੇ ਚੱਲ ਆਪਾਂ ਕਹਿ ਦਿੰਦੇ ਵੀ 2 ਸਾਲ ਪਹਿਲਾਂ ਮੁੱਕ ਗਏ ਕਿ ਮਗਰੋਂ ਮੁੱਕ ਗਏ, ਪਰ ਬਜ਼ੁਰਗਾਂ ਵਾਲੇ ਉਸ ਚ ਆਏ ਨਹੀਂ ਤੇ। ਇਹਦਾ ਮਤਲਬ ਜ਼ਿੰਮੇਵਾਰ ਤਾਂ ਫਿਰ ਸਰਕਾਰ ਹੈ। ਹਾਂਜੀ, ਫਿਰ ਸਰਕਾਰ ਨੇ ਤਾਂ ਕੋਈ ਨਹੀਂ ਜ਼ਿੰਮੇਦਾਰ, ਸਰਕਾਰ ਤਾਂ ਹੈਗੀ। ਆਪਾਂ ਤਾਂ ਕਹਿੰਦੇ ਆ ਵੀ ਸਰਕਾਰ ਜ਼ਿੰਮੇਦਾਰ ਹੈ ਵੀ ਹੁਣ ਕੀ ਬਣਨਾ ਕਰਨਾ ਚਾਹੀਦਾ। ਸਰਕਾਰ ਨੂੰ ਦੀਂਦੇ ਹੀ ਨੇ ਵੀ ਇੰਨੇ ਮੁੱਕ ਗਏ, ਇੰਨੇ ਮੁੱਕਿਆਂ ਬਾਅਦ ਸਾਲ ਤੋਂ ਬਾਅਦ ਉੱਠੇ ਨੇ ਇਹ ਉਰੋਂ ਵੀ ਫਿਰ ਸਾਡਾ ਕੁਝ ਬਣਨਾ ਚਾਹੀਦਾ। ਬਣਨਾ ਚਾਹੀਦਾ, ਹਾਂ ਬਿਲਕੁਲ ਬਣਨਾ ਚਾਹੀਦਾ। ਔਰ ਜੇ ਆਪਣੇ ਘਰ ਦਾ ਪਾਲਿਆ ਹੋਇਆ ਕੁੱਤਾ ਮਰ ਜੇ ਆਪਾਂ ਉਹਦਾ ਵੀ ਕਿੰਨਾ ਸੋਗ ਕਰਦੇ ਆ। ਉਹ ਤਾਂ ਫੇਰ ਵੀ ਬੰਦਾ ਤੀ, ਘਰ ਦਾ ਮਾਲਕ ਤੀਗਾ। ਸਰਕਾਰ ਦਾ ਇੱਕ ਵੀ ਬੰਦਾ ਮਰ ਜੇ ਸਰਕਾਰ ਦੇ ਅੱਖਾਂ ਵੀ ਐ ਖੁੱਲਾਂ ਛੱਡ ਦੂਗੀ, ਸਰਕਾਰ ਨਹੀਂ ਲਊਗੀ ਕੁਛ। ਆਪ ਰੋਜ਼ ਟੈਲੀਵਿਜ਼ਨਾਂ 'ਚ ਦਿਖਾਉਂਦੇ ਨੇ ਕੋਈ ਮਰ ਗਿਆ, ਕੋਈ ਬਿਮਾਰ ਹੋ ਗਿਆ, ਉਹਨੂੰ ਜਰਕਦੇ ਨੇ, ਉਹਦੀ ਕਾਇ ਵਾਰ ਆਉਂਦੇ ਨੇ ਖਬਰਾਂ 'ਚ। ਕੀ ਗੱਲ, ਸਾਡੇ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ? ਇਹ ਸਵਾਲ ਬੜੇ ਜ਼ਰੂਰੀ ਨੇ ਤੇ ਇਹ ਸਵਾਲ ਉਹ ਰੱਖ ਕਰਤੇ ਅਸੀਂ। ਸਾਡੇ ਬੰਦੇ ਕਿਉਂ ਨਹੀਂ ਦਿਖਾਏ ਗਏ? ਫਿਰ ਸਾਡੇ ਵੀ ਦਿਖਾਉਂਦੇ ਵੀ ਇਹਨਾਂ ਦੇ ਇੰਨੇ ਬੰਦੇ ਮਰ ਗਏ ਅੰਦੋਲਨ 'ਚ, ਕਾਹ ਤੋਂ ਬੈਠੇ ਇਹ? ਕੀ ਗੱਲ ਤੇ ਉਹ ਘਾਟ ਸਰਕਾਰ ਦੀ ਤੀ, ਹੋਰ ਕਿਹਦੀ ਘਾਟ ਤੀ? ਉਹਦੇ ਕਿਉਂ ਨਹੀਂ ਉਹਨੂੰ ਦਿਖਿਆ? ਅੱਜ ਹੁਣ ਬਾਰ-ਬਾਰ ਆਉਂਦਾ ਹੈਗਾ ਟੀਵੀਆਂ ਤੇ, ਉਹਦੇ ਕਿਉਂ ਨਹੀਂ ਦਿਖਿਆ ਉਹਨੂੰ ਵੀ ਮੁਲਕ ਇੰਨਾ ਬੈਠਾ, ਕਿਵੇਂ ਭੁੱਖੇ ਤੇ ਆਏ ਅਸੀਂ ਰੋਡਾਂ ਦੇ ਉੱਤੇ ਬੈਠੇ ਆ, ਵੀ ਉਹਦੇ ਕਿਉਂ ਨਹੀਂ ਉਹਨੂੰ ਦਿਖਿਆ ਵੀ ਕਿਵੇਂ ਬੈਠੇ ਰਹੇ ਲੋਕ? ਜਿੱਦਾਂ ਆਪ ਸੜਕਾਂ ਤੇ ਬੈਠਣਾ ਪਊ ਫਿਰ ਪਤਾ ਲੱਗੂ, ਫਿਰ ਪਤਾ ਲੱਗੂ। ਇਹ ਸਵਾਲ ਜਿਹੜੇ ਮਾਤਾ ਹੋਰੀ ਚੁੱਕ ਰਹੇ ਨੇ, ਇਹ ਸਵਾਲ ਬੜੇ ਜ਼ਰੂਰੀ ਨੇ। ਜੇ ਸਵਾਲ ਅੱਜ ਤੋਂ ਕਿਤੇ 25 30 40 ਸਾਲ ਪਹਿਲਾਂ ਚੁੱਕੇ ਜਾਂਦੇ, ਉਦੋਂ ਦੇ ਪੜ੍ਹੇ ਲਿਖੇ ਜੇ ਉਦੋਂ ਸੰਭਲ ਜਾਂਦੇ, ਜਾਂ ਹੁਣ ਵੀ ਸਾਡੇ ਵਾਲੀ ਪੀੜ੍ਹੀ ਜਿਹੜੀ ਹੁਣ ਵੀ ਪੜ੍ਹ ਲਿਖ ਗਈ, ਜੇ ਹੁਣ ਵੀ ਅਸੀਂ ਇੰਨਾ ਕੁ ਸਮਝ ਲਈਏ, ਇੰਨਾ ਕੁ ਸਿੱਖ ਲਈਏ ਵੀ ਸਰਕਾਰਾਂ ਨੂੰ, ਲੀਡਰਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਜਿਹੜੀਆਂ ਵੋਟਾਂ ਮੰਗਣ ਆਉਂਦੀਆਂ ਨੇ, ਇਹਨਾਂ ਨੂੰ ਸਵਾਲ ਕਰਨਾ ਸਾਡਾ ਹੱਕ ਬਣਦਾ ਹੈ ਤੇ ਜਵਾਬ ਦੇਣਾ ਵੀ ਉਹਨਾਂ ਦਾ ਫਰਜ਼ ਬਣਦਾ ਹੈ, ਕਿਉਂਕਿ ਉਹ ਸਾਤੋਂ ਵੋਟਾਂ ਲੈ ਕੇ ਸਰਕਾਰਾਂ ਦੇ ਵਿੱਚ ਬੈਠਦੇ ਆ। ਜੇ ਸਾਰਾ ਕੁਝ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ, ਨਾ ਇਹ ਕਾਨੂੰਨ ਆਉਂਦੇ ਤੇ ਨਾ ਸਾਡੇ ਲੋਕਾਂ ਨੂੰ ਆਪਣੀਆਂ ਸ਼ਹੀਦੀਆਂ ਦੇਣੀਆਂ ਪੈਂਦੀਆਂ। ਮਾਤਾ ਸਤਿ ਸ੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਰਣਜੀਤ ਕੌਰ ਜੀ। ਬੀਬੀ, ਇੰਨੇ ਲੋਕ ਆਪਣੀ ਜਾਨ ਦੇ ਗਏ, ਇਹ ਕੋਈ ਸੌਖੀ ਗੱਲ ਨਹੀਂ। ਜਾਨ ਤਾਂ ਪੁੱਤ ਹੁਣ ਦਿੱਤੀ ਹੋਈ ਆ। ਹੁਣ ਸਾਰਿਆਂ ਦੇ ਕੱਲੇ ਜਵਾਕ ਤੇ ਜਿਨ੍ਹਾਂ ਦੇ ਕੱਲੇ ਕਰੇ ਜਮਾ ਪਿੰਦਰ ਹੀ ਸਰਦਾ ਸਾਨੂੰ। ਜੇ 10 ਮਿੰਟ ਨਾਲ ਕੋਈ ਬੰਦਾ ਆਵੇ, 10 ਨੇਰ ਮਿਸ ਜਾਂਦਾ ਸਾਨੂੰ।
ਜਿਹੜੇ ਸਾਡੇ ਉੱਥੇ ਹੁਣ ਲੋਥਾਂ ਬਣ ਕੇ ਆ ਗਈਆਂ, ਨਾ ਸਾਡੀ ਉੱਥੇ ਕੋਈ ਜਾਤ ਪੁੱਛੀ ਨਾ ਤਾਂ ਸਾਨੂੰ ਕੋਈ ਉਹਨਾਂ ਨੇ ਕੋਈ ਗੱਲ ਸਾਡੀ ਉਹ ਕਰੀਏ ਮੰਨੀ ਆ ਗੱਲ ਬਹੁਤ ਸੋਹਣੀ ਕਹੀ ਬੀਬੀ ਨੇ, ਜਿਵੇਂ 10 ਮਿੰਟ ਆਪਾਂ ਲੇਟ ਹੋ ਜਾਈਏ ਨਾ ਜੀ ਬਾਰ ਕੰਨੀ ਨੂੰ ਨਿਗਾਹ ਜਾਂਦੀ ਹੈ। 10 ਮਿੰਟ ਜਿਹਦੀ ਫੋਨ ਮਾਰਦੇ ਆ ਜੀ, ਸਾਡੇ ਦੇਖੋ ਉੱਥੋਂ ਬੰਦੇ ਕੱਲੇ ਪੁੱਤ ਜਿਨ੍ਹਾਂ ਦੇ ਮੁੱਕ ਕੇ ਆ ਗਏ, ਸਾਨੂੰ ਉਹ ਕੋਈ ਚੰਗੀ ਗੱਲ ਨਹੀਂ ਜੀ। ਫਿਰ ਬੀਬੀ ਜ਼ਿੰਮੇਵਾਰ ਕੌਣ? ਜ਼ਿੰਮੇਦਾਰ ਤਾਂ ਸਰਕਾਰ ਤੇ ਜੀ, ਸਾਡਾ ਕੁਝ ਨਹੀਂ ਉਹਨਾਂ ਨੇ ਕਰਿਆ ਜੀ। ਇਹ ਸਾਡੇ ਖਰਚੇ ਵੀ ਬਥੇਰੇ ਹੋਏ ਨੇ ਜੀ। ਪਹਿਲਾਂ ਸਾਡੀ ਹਾਂ ਜੀ ਲੋਟਬੰਦੀ ਦੇ ਅਸੀਂ 10 ਸਾਲ ਮੰਗਰ ਕਰਤੇ ਜੀ, ਹੁਣ ਤਾਂ ਅਸੀਂ ਜਮੇ ਮੰਗਰ ਕਰਤੇ ਜੀ ਉਹਨਾਂ ਨੇ। ਬੀਬੀ ਨੋਟਬੰਦੀ ਤੁਸੀਂ ਵਧੀਆ ਸੋਹਣੀ ਗੱਲ, ਬੜੀ ਸੋਹਣੀ ਗੱਲ ਚੱਕ ਲਈ। ਨੋਟਬੰਦੀ ਵੇਲੇ ਤਾਂ ਇਹ ਕਹਿੰਦੇ ਵੀ ਨੋਟਬੰਦੀ ਕਰਨ ਤੋਂ ਬਾਅਦ ਤਾਂ ਵੀ ਪਤਾ ਨਹੀਂ, ਮੈਨੂੰ ਲੱਗਦਾ ਵੀ ਸਾਰਿਆਂ ਦੇ ਘਰਾਂ 'ਚ ਵੀ ਘਰ ਭਰ ਜਾਣਗੇ, ਵੀ ਨਵੇਂ ਨੋਟ ਆ ਜਾਣਗੇ, ਲੋਕ ਤਾਂ ਖੁਸ਼ੇ ਬਹੁਤ ਹੋਣਗੇ। ਨਹੀਂ ਜੀ ਅਸੀਂ 10 ਸਾਲ ਮੰਗਰ ਹਟ ਗਏ ਜੀ। ਸਾਨੂੰ ਕੋਈ ਸਾਨੂੰ ਉਹਦੇ ਨਾਲ ਸਾਡਾ ਸਭ ਦਾ ਢਾਂਚਾ ਹੱਲਿਆ ਪਿਆ ਜੀ। ਉਦੋਂ ਬਾਅਦ ਸਰਕਾਰ ਨੇ ਸਾਨੂੰ ਜਮੇ ਹਿਲਾਤਾ ਜੀ। ਆ ਜਿਹੜੇ ਕਾਨੂੰਨ ਲਿਆਂਦੇ, ਹਾਂ ਜੀ ਇਹ ਕਾਨੂੰਨ ਲਿਆਂਦੇ ਨੇ, ਜੇ ਕਾਨੂੰਨਾਂ ਜੇ ਨਾ ਜੀ ਹੁਣ ਪਹਿਲੇ ਰੱਦ ਕਰ ਦਿੰਦੇ ਸਾਡੇ ਐਡੇ ਖਰਚੇ ਦਾ ਹੁੰਦੇ, ਸਾਨੂੰ ਪਤਾ ਵੀ ਸਾਡੀ ਪਤਾ ਉਹਨਾਂ ਨੂੰ, ਸਾਨੂੰ ਪਤਾ ਵੀ ਢਾਲਾਂ ਵੀ ਪਈਆਂ ਨੇ, ਢਾਲਾਂ ਵੀ ਪਈਆਂ ਨੇ। ਹਾਂ ਸਾਡੇ ਪ੍ਰਧਾਨਾਂ ਨੂੰ ਪਤਾ, ਇੱਕ ਮਿੰਟ ਨਹੀਂ ਸਰਦਾ ਪਤਾ ਕਿਸੇ ਦੇ ਘਰੇ। ਨਹੀਂ ਸਰ ਤੇਰਾ 2.5 ਸਾਲ ਸਾਡੇ ਦੇਖ ਲੈ ਅਸੀਂ ਸੜਕਾਂ ਤੇ ਰੋਲਿਆਂਗੇ। ਚਾਹੇ ਕੀ ਨਿਆਣਾ ਕੀ ਸਿਆਣਾ ਕੀ ਸਾਨੂੰ ਕੀ ਉਹਨਾਂ ਨੇ ਹੁਣ ਥੋੜਾ ਕੁਛ ਬੋਲੇ ਨੇ ਜੀ, ਬੋਲੇ ਵੀ ਬਹੁਤ ਕੁਛ ਨੇ ਉਹ ਕਰਕੇ, ਮਾੜਾ ਵੀ ਬਹੁਤ ਬੋਲੇ। ਹਾਂ ਜੀ ਹਾਂ, ਪਰ ਸਾਡੀ ਪਰਿਵਾਰ ਸਾਡਾ ਕੋਈ ਇਹੋ ਜਿਹਾ ਵੀ ਗਲਤ ਹੋਵੇ। ਸਾਡੀ ਜਿੰਨੀ ਜੂਨੀਅਰ ਤੇ ਜਿੰਨੇ ਸਾਡੇ ਉਹਨੇ ਬੰਦੇ ਨੇ ਸਾਰੇ ਸਹੀ ਬੰਦੇ ਨੇ ਸਾਰੇ। ਮਾਤਾ ਤੁਸੀਂ ਵੀ ਜਾਂਦੇ ਰਹੇ ਹੋ? ਹਾਂ ਜੀ ਹਾਂ ਜਾਂਦੇ ਰਹੇ ਹਾਂ ਸਾਰੇ, ਹੁਣ ਵੀ ਜਾਂਦੇ ਆ ਜੀ। ਹਾਂ ਜੀ ਬਾਰਡਰ ਤੇ ਵੀ ਸਾਰੇ ਜਾ ਕੇ ਆਏ ਜੀ। ਅੱਛਾ ਇਹ ਦਿੱਲੀੋਂ ਧਰਨਾ ਖਤਮ ਹੋਣ ਤੋਂ ਬਾਅਦ ਵੀ ਜਾਂਦੇ ਹੋ ਜੇ ਇੱਥੇ ਕੋਈ ਬੁਲਾਉਂਦੇ ਨੇ ਤਾਂ? ਹਾਂ ਜੀ ਜਾਂਦੇ ਆ ਸਾਰੇ, ਕਿਤੇ ਮਰਜੀ ਹਰੇਕ ਥਾਂ ਜਾਂਦੇ ਆ ਜੀ ਅਸੀਂ। ਬੀਬੀ ਇਹ ਸਮਝ ਆ ਗਈ ਵੀ ਜੇ ਇਕੱਠੇ ਰਹਾਂਗੇ ਤਾਂ ਜਿੱਤਾਂਗੇ? ਹਾਂ ਜੀ ਹਾਂ ਤਾਂ ਜਿੱਤਾਂਗੇ, ਨਹੀਂ ਸਰਕਾਰਾਂ ਦਾ ਨਾ ਹਾਂ ਦੱਬ ਲੈਣਗੇ ਜੀ। ਅਸੀਂ ਕਰਾਂ ਕੁਰਾਂ ਦੀ ਪਰਵਾਹ ਨਹੀਂ ਮੰਨੀ ਜੀ ਅਸੀਂ, ਮੰਗਰ ਕੋਈ ਸਾਡੇ ਪਰਿਵਾਰ ਦੀ, ਅਸੀਂ ਉੱਥੇ ਜਾਂਦੇ ਰਹੇ ਜੀ ਕਿਤੇ ਵੀ। ਇਹ ਕਿਵੇਂ ਧਾਰ ਲਿਆ, ਇਹ ਮਨ 'ਚ ਕਿਵੇਂ ਧਾਰ ਲਿਆ ਵੀ ਭਾਈ ਹੁਣ ਤਾਂ ਜਾਂ ਤਾਂ ਜਿੱਤ ਕੇ ਮੁੜਾਂਗੇ ਜਾਂ ਮਰ ਕੇ ਮੁੜਾਂਗੇ? ਅਸੀਂ ਮਰ ਕੇ ਮੁੜਨ ਦੀ ਸਲਾਹ ਦੀ ਸਾਡੀ ਜੀ, ਜਿੱਤ ਕੇ ਤਾਂ ਹੁਣ ਅਸੀਂ ਪਤਾ ਹੀ ਦੀ ਸਾਨੂੰ ਸਰਕਾਰ ਦਾ ਵੀ ਹੁਣ ਜਦੋਂ ਸਾਡੇ ਬੱਚਿਆਂ ਦਾ ਮਗਰ ਸਾਡਾ ਕੀ ਬਣਦਾ ਜੀ। ਸਾਡੇ ਤਾਂ ਹੁਣ ਅਸੀਂ ਖਾਈ ਪੀ ਬੈਠੇ ਚੱਲ ਹਲ ਸਾਡਾ ਕੁਛ ਨਹੀਂ ਤੀ, ਬੱਚਿਆਂ ਸਾਡਾ ਦਾ ਮਗਰ ਕੁਛ ਨਹੀਂ ਬਣਦਾ। ਕੋਈ ਨੌਕਰੀ ਸਾਡੇ ਬੱਚਿਆਂ ਨੂੰ ਦਿੰਦੇ ਐ ਫਿਰਦੇ ਨੇ, ਨਾ ਕੋਈ ਪੜ੍ਹਾਈਆਂ ਸਾਡੇ ਬੱਚਿਆਂ ਚੱਲਦੀਆਂ ਨੇ ਜੀ। 2.5 ਸਾਲ ਹੋ ਗਏ ਸਾਡੇ ਬੱਚਿਆਂ ਦੀਆਂ ਪੜ੍ਹਾਈਆਂ ਦੇਖ, ਜਿਹੜਾ ਜਿੰਨਾ ਕੁ ਸਿੱਖਦੇ ਨੇ ਉਹਨਾਂ ਕੁ ਜੀ ਫਿਰ ਪਿੱਛੇ ਹੋ ਜਾਂਦੇ ਨੇ ਜੀ। ਕਰੋਨੇ ਦੇ ਨਾਂ ਤੇ? ਹਾਂ ਕਰੋਨਾ ਦੇ ਨਾਂ ਤੇ। ਹਾਂ ਖਰਚਾ ਤਾਂ ਸਾਨੂੰ ਉਨੇ ਹੀ ਪਰਾਉਣਾ ਬੱਚਿਆਂ ਦਾ, ਸਾਡੇ ਪੜ੍ਹਾਈ ਸਾਡੇ ਬੱਚਿਆਂ ਨੂੰ ਕੋਈ ਚੱਲ ਨਹੀਂ ਚੱਲ। ਇੱਕ ਸਵਾਲ ਦੇ ਵਿੱਚ ਅੱਗੇ ਕਿੰਨੇ ਸਵਾਲ ਨਿਕਲਦੇ ਆ। ਗੱਲ ਸ਼ਹੀਦ ਜਨਕ ਸਿੰਘ ਹੋਰਾਂ ਦੀ ਕਰਨ ਲੱਗੇ, ਵਿੱਚੋਂ ਨੋਟਬੰਦੀ ਵੀ ਆ ਗਈ, ਵਿੱਚ ਕਰੋਨਾ ਵੀ ਆ ਗਿਆ, ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਅੰਦੋਲਨ ਦੇ ਉੱਤੇ ਹੋ ਰਹੇ ਖਰਚੇ, ਇਸ ਤੋਂ ਬਿਨਾਂ ਪਰਿਵਾਰ ਦੇ ਵਿੱਚ ਕੀ ਦਿੱਕਤਾਂ ਆਉਂਦੀਆਂ ਨੇ। ਜਿਨ੍ਹਾਂ ਨੇ ਖਾ ਪੀ ਲਿਆ, ਜਿਨ੍ਹਾਂ ਨੇ ਹੰਢਾ ਲਿਆ, ਉਸ ਦਾ ਤੁਰ ਜਾਣਾ ਤਾਂ ਇੱਕ ਵੱਖਰੀ ਗੱਲ। ਜਿਨ੍ਹਾਂ ਦੇ ਚੰਗੇ ਭਲੇ ਤੁਰਦੇ ਹੋਏ ਇਸ ਅੰਦੋਲਨ ਕਰਕੇ ਇਸ ਜਹਾਨ ਤੋਂ ਚਲੇ ਗਏ ਤੇ ਸਰਕਾਰਾਂ ਨੂੰ ਨਾਮ ਤੱਕ ਨਹੀਂ ਯਾਦ, ਤੇ ਸਰਕਾਰਾਂ ਨੂੰ ਇਹ ਤੱਕ ਨਹੀਂ ਪਤਾ ਕਿ ਗਿਣਤੀ ਕਿੰਨੀ ਹੈ ਮਰ ਗਏ ਕਿਸਾਨਾਂ ਦੀ। ਮਾਫ ਕਰਨਾ, ਮੈਂ ਮਰ ਗਿਆ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਸਰਕਾਰਾਂ ਮਰ ਗਿਆ ਕਹਿੰਦੇ ਆ, ਅਸੀਂ ਸ਼ਹੀਦ ਕਹਿੰਦੇ ਆ। ਸਾਡੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਪੰਜਾਬ ਦੇ ਲਈ ਨਹੀਂ, ਪੂਰੇ ਹਿੰਦੁਸਤਾਨ ਦੇ ਲਈ, ਪੂਰੀ ਦੁਨੀਆ ਦੇ ਲਈ ਆਪਣੀ ਜਾਨ ਦਿੱਤੀ ਹੈ। ਸਾਡੇ ਉਹ ਸ਼ਹੀਦ ਨੇ। ਪਿੰਡ ਗੰਡੂਆਂ ਦੀ ਇਸ ਧਰਤੀ ਦੇ ਜਿਹੜੇ ਇੱਕ ਬਿਰਧ ਮਾਈ ਗਈ, ਇੱਕ ਸ਼ਹੀਦ ਜਨਕ ਸਿੰਘ ਗਏ, ਸਾਨੂੰ ਦੋਵਾਂ ਤੇ ਮਾਣ ਰਹੂਗਾ। ਮਾਤਾ ਹੋਰ ਕਿਹੜੀ ਗੱਲ ਹੈ ਜਿਹੜੀ ਸਰਕਾਰਾਂ ਨੂੰ, ਜਿਹੜੀ ਲੋਕਾਂ ਨੂੰ ਸਮਝਾਈਏ ਵੀ ਲੋਕ ਸਮਝ ਜਾਣ ਸਰਕਾਰਾਂ ਤੋਂ? ਲੋਕਾਂ ਨੂੰ ਹੁਣ ਅਸੀਂ ਸਮਝਾਈਏ ਵੀ ਭਾਈ ਇੱਕ ਹੋ ਕੇ ਚੱਲਾਂਗੇ ਤਾਂ ਆਪਣਾ ਮਾੜਾ ਮੋਟਾ ਕੁਝ ਬਣ ਜਾਊਗਾ। ਨਹੀਂ ਫਿਰ ਆਪਾਂ ਨੂੰ ਪਤਾ ਹੀ ਹੈ ਹੁਣ ਆਪਣੇ ਨਾਲ ਪਹਿਲਾਂ ਕਿੰਨੀ ਬੀਤੀ ਹੈਗੀ, ਜਿਹੇ ਜਿਹੇ ਡੰਡੇ ਪਹਿਲਾਂ ਪੈ ਗਏ, ਡੰਡੇ ਪੈ ਗਏ। ਹਾਂ ਹੁਣ ਤਾਂ ਚਾਹੇ ਮਰ ਜੀਏ ਚਾਹੇ ਮਾਰ ਜੀਏ, ਵੀ ਹੁਣ ਤਾਂ ਇੱਕ ਪਾਸਾ ਹੀ ਹੋ ਕੇ ਖੜੂਗਾ, ਕੁਛ ਵੀ ਹੋ ਜੇ ਭਾਵਾਂ। ਹੁਣ ਅਸੀਂ ਪਹਿਲਾਂ ਆਈਆਂ ਗੱਲਾਂ ਨੂੰ ਪਛਤਾਉਂਦੇ ਹਾਂ ਵੀ ਜੇ ਜਦੋਂ ਲੋਟਬੰਦੀ ਕਰੀ ਉਹਦੀ ਅਸੀਂ ਉੱਠ ਖੜਦੇ, ਸਾਨੂੰ ਪਤਾ ਨਹੀਂ ਤੀ ਇਹ ਗੱਲਾਂ ਦਾ ਨਾ ਵੀ ਸਾਡੇ ਨਾਲ ਐ ਬਣੂਗੀ। ਇਹਨੇ ਅੰਦਰ ਕਰਕੇ ਲਾ ਕੇ ਕਰੋਨਾ ਦੇ ਬਹਾਨੇ ਇਹਨੇ ਅਸੀਂ ਅੰਦਰ ਬਾੜਤੀ, ਕਰੋਨਾ ਕਰਕੇ ਇਹਨੇ ਸਾਡੇ ਜੇਬਾਂ 'ਚ ਹੱਥ ਪਾ ਲਏ ਵੀ ਹੁਣ ਅਸੀਂ ਹੁਣ ਕਿਵੇਂ ਚੁੱਪ ਕਰ ਜਾਂਗੇ। ਹੁਣ ਅਸੀਂ ਘੇਰਾਂ ਬਾਹਰ ਨਿਕਲ ਗਏ, ਹੁਣ ਅਸੀਂ ਚੁੱਪ ਨਹੀਂ ਕਰਦੇ, ਸਾਨੂੰ ਜਿੱਥੇ ਤੱਕ ਵੀ ਜਾਣਾ ਪੈ ਜੇ, ਕਿੱਥੇ ਵੀ ਮਰਜ਼ੀ ਜਾਣਾ ਪੈ ਜੇ ਉੱਥੇ। ਮਤਲਬ ਸਰਕਾਰ ਕੁਛ ਹੁਣ ਮਾੜਾ ਕਰੇ ਆਪਾਂ ਚੁੱਪ ਨਹੀਂ? ਨਾ ਹੁਣ ਨਹੀਂ ਚੁੱਪ ਬੈਂਦੇ, ਪਹਿਲਾਂ ਚੱਲ ਲੀਆਂ ਬਹੁਤ, ਸਾਨੂੰ ਪਤਾ ਹੀ ਨਹੀਂ ਸੀ ਸਰਕਾਰ ਬਾਰੇ ਵੀ ਇਹ ਕੁਛ ਕਰੂਗੀ। ਅੱਗੇ ਤਾਂ ਕੀ ਕਹਿੰਦੇ ਮਾੜਾ ਮੋਟਾ ਚੱਲ ਵੀ ਸਰਕਾਰ ਮਾੜਾ ਮੋਟਾ ਮੰਤਰੀਆਂ ਸੰਤਰੀਆਂ ਦਾ ਮਾੜਾ ਮੋਟਾ ਪਤਾ ਹੁੰਦਾ, ਸਰਕਾਰ ਤੱਕ ਤਾਂ ਪਹੁੰਚੀ ਨਹੀਂ ਤੇ ਹੁਣ ਪਹੁੰਚੀਆਂ ਸਰਕਾਰ। ਹੁਣ ਪਤਾ ਲੱਗਿਆ ਵੀ ਸਰਕਾਰ ਥੀ ਕਿਵੇਂ, ਵੀ ਸਰਕਾਰ ਕੀ ਹੁੰਦੀ ਹੈ। ਮਾਈ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜੇ ਇਹ ਲੜਾਈ ਜਿਹੜੀ ਆਪਾਂ ਆ ਦਿੱਲੀ ਵਾਲਾ ਐਡਾ ਸੰਘਰਸ਼ ਲੜਿਆ, ਜੇ ਇਕੱਲੇ ਬੰਦੇ ਲੜ ਰਹੇ ਹੁੰਦੇ ਜਿੱਤ ਜਾਂਦੇ, ਜੇ ਬੀਬੀਆਂ ਨਾਲ ਨਾ ਹੁੰਦੀਆਂ? ਬੀਬੀਆਂ ਕਿਵੇਂ ਨਹੀਂ, ਬੀਬੀਆਂ ਮੂਰੇ ਨੇਗੀਆਂ।
ਬੀਬੀਆਂ ਮੂਹਰੇ ਜਾਵਾਂਗੇ, ਅਸੀਂ ਮੂਹਰੇ ਜਾਵਾਂਗੇ, ਬੰਦਿਆਂ ਨੂੰ ਕਹਿੰਦੇ ਵੀ ਜੇ ਰਾਤ ਨੂੰ ਧਰਨੇ ਤੇ ਨਹੀਂ ਰਹਿੰਦੇ ਅਸੀਂ ਰਹਾਂਗੇ ਭਾਈ, ਤੁਸੀਂ ਜਾਓ ਘਰ ਨੂੰ, ਸਾਨੂੰ ਡਰ ਹੀ ਨਹੀਂ ਕੋਈ। ਅਸੀਂ ਆਪਦੀ ਜਾਨ ਥਲੀ ਤੇ ਧਰੀ ਬੈਠੇ ਵੀ ਸਾਨੂੰ ਕੋਈ ਜਾਨ ਦੀ ਪਰਵਾਹ ਨਹੀਂ ਸੀ ਵੀ ਅਸੀਂ ਰਹਾਂਗੇ। ਦਿੱਲੀ ਵੀ ਅਸੀਂ ਰਹਿੰਦੇ ਰਹਾਂਗੇ, ਆਗੇ ਬਾਗੇ 5-7 ਦਿਨਾਂ ਬਾਅਦ ਘਰੇ ਆ ਜਾਂਦੇ, 5-7 ਦਿਨਾਂ ਬਾਅਦ ਫੇਰ ਮੁੜ ਜਾਂਦੇ। ਕਹੇ ਜੇ ਜ਼ਿੰਮੇਵਾਰੀਆਂ ਨਿਭਾਉਂਦੇ ਸੀ ਉੱਥੇ ਦਿੱਲੀ ਕਹੇ ਜਾ ਉੱਥੇ ਬਹੁਤ ਪਿੰਡ ਵਰਗਾ ਮਾਹੌਲ ਬਣ ਗਿਆ ਸੀ। ਪਿੰਡ ਵਰਗਾ ਮਾਹੌਲ ਬਣ ਗਿਆ ਸੀ ਸਾਡਾ ਵਧੀਆ। ਆਪਦਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ, ਜਿਹੜੀ ਸਾਡੀ ਉੱਥੇ ਮੀਟਿੰਗ ਹੁੰਦੀ ਉਹ ਵੀ ਸੁਣਦੇ ਸੀ, ਜਿਹੜਾ ਸਾਡਾ ਗਾਂ ਲੱਗਦਾ ਸਮਝੀ ਜਿੱਥੇ ਧਰਨਾ ਲੱਗਦਾ ਸੀ ਸਾਡਾ ਉੱਥੇ ਹੁੰਦਾ, ਉੱਥੇ ਵੀ ਜਾਂਦੇ ਸੀ। ਆ ਕੇ ਆਪਦਾ ਰੋਟੀ ਟੁੱਕ ਵੀ ਬਣਾਉਂਦੇ, ਅਸੀਂ 10-10 ਘਰ ਇਕੱਠੀ ਖਾਂਦੇ ਤੇ ਰੋਟੀ। ਸਾਨੂੰ ਐਂ ਹੈ ਹੀ ਨਹੀਂ ਸੀਗਾ ਵੀ ਅਸੀਂ ਪਾਸੇ ਬੈਠੇ ਹਾਂ, ਸਾਨੂੰ ਐਂ ਸੀ ਵੀ ਆਪਦੇ ਘਰ ਹੀ ਬੈਠੇ ਹਾਂ, ਆਪਦੇ ਘਰ ਬਣਾ ਲਏ ਤੇ ਅਸੀਂ ਨੇ। ਅਸੀਂ ਆਖਿਆ ਵੀ ਘਰੇ ਕੀ ਕਰਨਾ, ਆਪਾਂ ਤਾਂ ਰੋਟੀ ਖਾਣੀ ਹੈਗੀ, ਲੈ ਪੈਣ ਨੂੰ ਥਾਂ ਚਾਹੀਦਾ, ਹੋਰ ਕੀਤੀ। ਫਿਰ ਬੱਚੇ ਮਗਰ ਆਏ ਗਏ ਤੇ ਸਾਂਭਣ ਵਾਲੇ ਵੀ ਅਸੀਂ ਕੀ ਕਰਨਾ ਹੈਗਾ, ਜਾਨ ਲੱਗ ਜੇ ਬੇਸ਼ੱਕ ਦੀ ਥੇ ਤੇ ਧਰ ਕੇ ਲੈ ਗਏ ਤੇ ਵੀ ਜਿੱਥੇ ਹੋਰਾਂ ਦੀਆਂ ਜਾਨਾਂ ਬਾਗੀਆਂ ਦੇਖੀ ਜਾਊਗੀ ਫਿਰ ਕੀ ਬਣੂ। ਅਸੀਂ ਪਰਵਾਹ ਹੀ ਨਹੀਂ ਕਰੀ। ਹਥੇਲੀ ਤੇ ਜਾਨ ਧਰ ਕੇ ਲੈ ਜਾਣੀ ਇਹ ਕੋਈ ਛੋਟਾ ਕੰਮ ਨਹੀਂ। ਸ਼ਹਾਦਤਾਂ ਦੇ ਇਸ ਸਫ਼ਰ ਦੀ ਸਾਂਝ ਤੁਹਾਡੇ ਨਾਲ ਔਰ ਸ਼ਹੀਦ ਜਨਕ ਹੋਰਾਂ ਦੇ ਪਰਿਵਾਰ ਦੇ ਨਾਲ ਇਸੇ ਤਰੀਕੇ ਨਾਲ ਪਵਾਉਂਦਾ ਰਹਾਂਗਾ। ਸ਼ਹੀਦ ਜਨਕ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚ ਬੈਠੇ ਆ, ਪਿੰਡ ਗੰਡੂਆਂ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਭੈਣੇ ਤੁਹਾਡਾ? ਚਰਨਜੀਤ ਹੈ ਜੀ। ਭੈਣ ਜੀ ਜਨਕ ਸਿੰਘ ਜੀ ਤੁਹਾਡੇ ਸਹੁਰਾ ਸਾਹਿਬ ਸੀਗੇ? ਹਾਂਜੀ, ਸਹੁਰਾ ਪਾਪਾ ਜੀ ਸਰ। ਆ ਤੁਸੀਂ ਆਪ ਹੀ ਕਹਿਤਾ, ਮੈਂ ਪੁੱਛਣੇ ਲੱਗਿਆ ਸੀਗਾ ਜਾਂ ਮੈਂ ਬੋਲਣ ਹੀ ਲੱਗਿਆ ਸੀ। ਕਹਿੰਦੇ ਵੀ ਜਦੋਂ ਧੀ ਆਪਣਾ ਪੇਕਾ ਛੱਡ ਕੇ ਸਹੁਰੇ ਆ ਜਾਂਦੀ ਹੈ ਫਿਰ ਉਹ ਨੂੰਹ ਨਹੀਂ ਰਹਿੰਦੀ, ਫਿਰ ਉਹ ਧੀਏ ਬਣ ਜਾਂਦੀ ਹੈ। ਧੀਏ ਹੁੰਦੀ ਹੈ ਜੀ। ਭੈਣ ਮੇਰੀਏ ਇਹ ਵੀ ਤੇਰਾ ਪਿਓ ਹੀ ਬਣ ਗਿਆ ਹੁਣ। ਹਾਂਜੀ, ਪਿਓ ਨਾਲੋਂ ਵੀ ਵੱਧ ਸੀਗਾ, ਪਿਓ ਨਾਲੋਂ ਵੀ ਵੱਧ ਸੀ। ਕਿਉਂ? ਉਹਨਾਂ ਦੀ ਸਿਰ ਤੇ ਸਾਡਾ ਸਾਰਾ ਕਾਰੋਬਾਰ ਚੱਲ ਰਿਹਾ ਸੀ। ਮੇਰੇ ਪਤੀ ਜੀ ਨੂੰ ਕੋਈ ਘਰ ਦੀ ਇੰਨੀ ਉਹ ਨਹੀਂ ਸੀ, ਹੁਣ ਉਹਨਾਂ ਨੂੰ ਸਾਰੀ ਟੈਕਸ਼ਨ 1 ਲੱਖ ਪੈ ਗਈ ਹੈ। ਕਿਉਂ? ਘਰ ਦੀ ਕਬੀਲਦਾਰੀ ਦਾ, ਬੱਚਿਆਂ ਦਾ, ਬੱਚੇ ਗੱਭਰੂ ਹੋ ਗਏ ਨੇ, ਧੀ ਮਟਿਆਰ ਹੋ ਗਈ ਹੈ, 19 ਸਾਲਾਂ ਦੀ ਬੇਟੀ ਹੋ ਗਈ ਹੈ, ਬੇਟਾ ਹੈਗਾ। ਹੁਣ ਉਹ ਖੇਤੀ ਕਰਦੇ ਸੀ, ਸਾਨੂੰ ਕੋਈ ਸੋਚ ਨਹੀਂ ਸੀ ਉਹਨਾਂ ਦੇ ਸਿਰ ਤੇ। ਬਾਪੂ ਜੀ। ਹਾਂਜੀ, ਇਹ ਮੇਰੇ ਪਤੀ ਜੀ ਆਪਦੇ ਡੈਡੀ ਦੀ ਜੇਬ ਤੇ ਵਧੀਆ ਸਰਦਾਰੀਆਂ ਕਰ ਰਹੇ ਸੀ, ਆਪਦੇ ਬੱਚਿਆਂ ਨੂੰ ਪਾਲ ਰਿਹਾ ਸੀ, ਪੜ੍ਹਾ ਰਿਹਾ ਸੀ। ਤੇ ਹੁਣ ਇਸ ਟਾਈਮ ਤੇ ਸਾਨੂੰ ਕੁਝ ਔੜ ਵੀ ਨਹੀਂ ਰਿਹਾ ਜੀ। ਤੈਨੂੰ ਲੱਗਦਾ ਸੀ ਭੈਣੇ ਉਹਦੀ ਜਾਣ ਦੀ ਉਮਰ ਸੀਗੀ ਜਾਂ ਉਹਦਾ ਜਾਣ ਦਾ ਟਾਈਮ ਸੀ? ਨਹੀਂ ਜੀ, ਉਹਨਾਂ ਨੂੰ ਕਦੇ ਕੋਈ ਢਿਲਾਈ ਨਹੀਂ ਹੋਈ ਤੀ, ਕਦੇ ਕੋਈ ਢਿੱਲ ਮੱਠ ਕੋਈ ਕਦੇ ਹੋਈ ਨਹੀਂ ਸੀ। ਬਸ ਉੱਥੇ ਜਾ ਕੇ ਪਤਾ ਨਹੀਂ ਕੀ ਭਾਣਾ ਬਣ ਗਿਆ। ਨਾ ਇੱਥੋਂ ਉੱਥੇ ਧਰਨੇ ਤੇ ਜਾਂਦੇ, ਨਾ ਢਿੱਲ ਮੱਠ ਹੁੰਦੀ ਤੇ ਨਾ ਪੂਰੇ ਹੁੰਦੇ। ਹਾਂਜੀ, ਫਿਰ ਕਾਹਨੂੰ ਹੁੰਦਾ ਜੀ ਧਰਨੇ ਤੇ ਜੇ ਨਾ ਜਾਂਦੇ। ਉੱਥੇ ਜਾ ਕੇ ਬਸ ਪਤਾ ਨਹੀਂ ਕੀ ਭਾਣਾ ਬਣ ਗਿਆ, ਚੱਕਰ ਆ ਗਿਆ, ਨਾੜੀ ਬਲੌਕ ਹੋ ਗਈ, ਫਿਰ ਉੱਥੇ ਦਿੱਲੀ ਦਾਖਲ ਕਰਿਆ। ਹਾਂਜੀ, ਇਹ ਭਾਣਾ ਬਹੁਤ ਹੋ ਗਿਆ ਜੀ, ਸਾਨੂੰ ਕੁਛ ਵੀ ਨਹੀਂ ਔੜ ਰਿਹਾ ਸਾਰੇ ਪਰਿਵਾਰ ਨੂੰ। ਜ਼ਿੰਮੇਵਾਰ ਤਾਂ ਫਿਰ ਸਰਕਾਰ ਹੀ ਬਣਦੀ ਹੈ। ਹਾਂਜੀ, ਸਰਕਾਰ ਹੀ ਹੋ ਸਕਦੀ ਹੈ। ਜੇ ਨਾ ਕਾਨੂੰਨ ਆਉਂਦੇ ਫਿਰ ਨਾ ਉਹ ਦਿੱਲੀ ਜਾਂਦਾ। ਹਾਂਜੀ, ਕੋਈ ਗੱਲ ਯਾਦ ਪਿਓ ਧੀ ਦੀ ਕੋਈ ਨਾ ਕੋਈ ਯਾਦ ਹੁੰਦੀ ਹੈ, ਸਿਰ ਤੇ ਹੱਥ ਵੀ 100 ਵਾਰ ਧਰਦਾ ਹੁੰਦਾ ਪਿਓ। ਹਾਂਜੀ, ਲੜ ਵੀ ਪੈਂਦਾ, ਗੁੱਸੇ ਵੀ ਹੁੰਦਾ। ਨਹੀਂ ਜੀ, ਲੜੇ ਨਹੀਂ ਕਦੇ। ਨਹੀਂ ਲੜੇ ਨਹੀਂ ਹੈਗੇ ਕਦੇ, ਕਦੇ ਵੀ ਨਹੀਂ ਲੜੇ ਸੀ। ਉਹਨਾਂ ਦੇ ਧੀ ਨਹੀਂ ਸੀ, ਮੈਨੂੰ ਵੀ ਧੀ ਬਣਾ ਰੱਖਿਆ ਸੀ। ਕਦੇ ਨਹੀਂ ਉਹ ਮਿਲੇ ਹੋਏ ਸੀ ਸਾਡੇ ਨਾਲ। ਹੁਣ ਸਾਨੂੰ ਉਹਨਾਂ ਦੀ ਮਸੋਚੀ ਚ ਕੁਛ ਆਵੜ ਨਹੀਂ ਰਿਹਾ, ਸਾਨੂੰ ਉਹਨਾਂ ਦੀ ਇੰਨੀ ਮਸੋਚੀ ਹੋ ਰਹੀ ਹੈ। ਸਾਡੇ ਕਿਹੜਾ ਕੋਈ ਜਾਤ ਸਿੱਥੇ ਸੀ ਵੀ ਉਹ ਉੱਥੇ ਗੁਜ਼ਰ ਜਾਣਗੇ, ਵੀ ਇਹ ਪਾਣਾ ਹੋ ਜਾਊਗਾ। ਸਾਨੂੰ ਬੜਾ ਚਾਅ ਰਹਿੰਦਾ ਵੀ ਬੇਟੇ ਦਾ ਵਿਆਹ ਦੇਖਣਗੇ, ਬੇਟੀ ਦਾ ਦੇਖਣਗੇ। ਅੱਜ ਇਹ ਟਾਈਮ ਬੜਾ ਸਾਡੇ ਤੇ ਔਖਾ ਆ ਗਿਆ। ਸਮਾਂ ਸਮਰੱਥ ਹੈ। ਟਾਈਮ ਕਹਿੰਦੇ ਔਖਾ ਆ ਗਿਆ। ਕੱਲੇ ਬੇਟਾ ਜੀ ਇਹਨਾਂ ਦੇ, ਹੋਰ ਗੁੱਡੀ ਕਾਕਾ ਕੋਈ ਨਹੀਂ ਹੈਗਾ। ਔਰ ਇਹ ਵੀ ਬੜਾ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਸਮੇਂ ਦੀ ਬਿਧਰਚਾਈ ਹੋਈ ਕੋਈ ਉਸ ਭੰਵਰ ਚੋਂ ਨਿਕਲ ਜਾਂਦਾ ਹੈ ਤੇ ਕੋਈ ਉਸ ਦੇ ਵਿੱਚ ਫਸ ਜਾਂਦਾ ਹੈ। ਇਹ ਵੀ ਸਮੇਂ ਦਾ ਗੇੜ ਸੀ ਕਿ ਇਸ ਤਰੀਕੇ ਦਾ ਅੰਦੋਲਨ ਚੱਲਿਆ। ਉਸ ਅੰਦੋਲਨ ਦੇ ਵਿੱਚੋਂ ਇੱਦਾਂ ਦੀਆਂ ਕੀਮਤੀ ਜਾਨਾਂ ਗਈਆਂ, ਇੱਦਾਂ ਦਾ ਇੱਕ ਰਿਸ਼ਤਾ, ਜਿਹੜਾ ਰਿਸ਼ਤਾ ਸਹੁਰੇ ਦਾ ਤੇ ਨੂੰਹ ਦਾ ਹੁੰਦਾ ਪਰ ਉਹ ਧੀ ਤੇ ਪਿਓ ਦਾ ਬਣਦਾ ਆ ਕੇ। ਇੱਕ ਧੀ ਤੋਂ ਪਿਓ ਗਿਆ। ਇਹ ਵੀ ਸਖਣੇ ਜ਼ਿੰਮੇਵਾਰੀਆਂ ਸਾਰੀਆਂ ਪੈ ਜਾਂਦੀਆਂ ਨੇ। ਜਿਹੜੀ ਗੱਲ ਅਸੀਂ ਵਾਰ-ਵਾਰ ਕਹਿੰਦੇ ਆ ਕਿ ਦਰ ਬੂਹੇ ਦਰਵਾਜ਼ੇ ਬਜ਼ੁਰਗਾਂ ਨਾਲ ਹੀ ਚੰਗੇ ਲੱਗਦੇ ਆ। ਬਜ਼ੁਰਗ ਘਰ ਦਾ ਸਿਰਫ ਜਿੰਦਰਾ ਨਹੀਂ ਹੁੰਦੇ, ਘਰ ਦਾ ਦਰਵਾਜ਼ਾ ਹੁੰਦੇ ਨੇ। ਤੇ ਇਹਨਾਂ ਦਰਵਾਜ਼ਿਆਂ ਨੂੰ ਭੇੜਨ ਵਾਲਾ ਕਾਰਨ ਕੌਣ ਬਣਿਆ? ਇਹ 3 ਕਾਨੂੰਨ ਤੇ ਸਾਡੀਆਂ
ਸਰਕਾਰਾਂ। ਸ਼ਹਾਦਤਾਂ ਦੇ ਇਸ ਸਫ਼ਰ ਦੀ ਬਾਤ ਇਸੇ ਤਰੀਕੇ ਨਾਲ ਤੁਹਾਡੇ ਨਾਲ ਪਾਉਂਦਾ ਰਹਾਂਗਾ। ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ ਹੈ। ਬ੍ਰੇਕ ਦੇ ਅਗਲੇਰੇ ਪਾਰ ਸ਼ਹੀਦ ਜਨਕ ਦੇ ਪਰਿਵਾਰ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ। ਸ਼ਹਾਦਤਾਂ ਦੇ ਇਸ ਸਫ਼ਰ ਦੀ ਦਾਸਤਾਨ ਜਦੋਂ ਅੱਜ ਅਸੀਂ ਪਿੰਡ ਗੰਡੂਆਂ ਸ਼ਹੀਦ ਜਨਕ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਪਾ ਰਹੇ ਹਾਂ ਜਾਂ ਉਹਨਾਂ ਦੇ ਘਰ ਦੇ ਵਿੱਚੋਂ ਪਾ ਰਹੇ ਹਾਂ, ਇਹਨਾਂ ਸ਼ਹਾਦਤਾਂ ਦੇ ਜ਼ਿਕਰ ਤੋਂ ਬਿਨਾਂ ਅੱਜ ਦੀਆਂ ਸ਼ਹਾਦਤਾਂ ਦਾ ਜ਼ਿਕਰ ਜਾਂ ਹੁਣ ਹੋਈਆਂ ਸ਼ਹਾਦਤਾਂ ਦਾ ਜ਼ਿਕਰ ਕਦੇ ਵੀ ਪੂਰਾ ਨਹੀਂ ਹੋ ਸਕਦਾ। ਯਾਦ ਕਰੋ ਸਾਡੀ ਅਰਦਾਸ ਔਰ ਯਾਦ ਕਰੋ ਕੌਮ ਦੀਆਂ ਉਹ ਕੁਰਬਾਨੀਆਂ ਜਿਨ੍ਹਾਂ ਕੁਰਬਾਨੀਆਂ ਦਾ ਜ਼ਿਕਰ ਕੈਮਰੇ ਦੀ ਨਜ਼ਰ ਦੇ ਨਾਲ ਮੇਰਾ ਕੈਮਰਾ ਸਹਿਯੋਗੀ ਤੁਹਾਨੂੰ ਦਿਖਾ ਰਿਹਾ ਹੈ। ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਬੰਦ ਕਟਵਾਏ, ਤੱਤੀਆਂ ਤਵੀਆਂ ਤੇ ਬੈਠੇ, ਈਨ ਨਾ ਮੰਨੀ ਡੋਲੇ ਨਹੀਂ। ਪਰ ਕਿਹਾ ਕੀ ਗਿਆ ਉਹਨਾਂ ਨੂੰ? ਕੀ ਕਿਹਾ ਗਿਆ? ਮੁਗਲ ਸਰਕਾਰ ਕੇ ਆਤੰਕਵਾਦੀ। ਗੁਰੂਆਂ ਦੀ ਮੁਗਲਾਂ ਦੇ ਨਾਲ ਕੋਈ ਰਾਜ ਦੀ ਲੜਾਈ ਨਹੀਂ ਸੀ, ਸੋਚ ਦੀ ਲੜਾਈ ਸੀ, ਵਿਚਾਰ ਦੀ ਲੜਾਈ ਸੀ। ਵਿਚਾਰ ਪੱਖੋਂ ਮੁਗਲਾਂ ਨੂੰ, ਉਸ ਵਕਤ ਦੀ ਸਲਤਨਤ ਨੂੰ, ਗੁਰੂ ਸਾਹਿਬਾਨ ਜਾਂ ਗੁਰੂ ਸਾਹਿਬਾਨਾਂ ਦੇ ਸਾਰੇ ਪੈਰੋਕਾਰ ਉਸ ਵਕਤ ਦੇ ਅੱਤਵਾਦੀ ਨਜ਼ਰ ਆਉਂਦੇ ਸੀ। ਜਿਹੜੀ ਗੱਲ ਕਿਸਾਨ ਸੰਘਰਸ਼ ਦੇ ਦੌਰਾਨ ਸਾਡੇ ਮੌਜੂਦਾ ਹਾਕਮਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕਹੀ, ਕੀ ਨਹੀਂ ਕਿਹਾ ਗਿਆ? ਪੰਜਾਬ ਤੋਂ ਤੁਰੇ ਹੋਏ ਅੱਤਵਾਦੀ, ਪੰਜਾਬ ਤੋਂ ਤੁਰੇ ਹੋਏ ਖਾਲਿਸਤਾਨੀ, ਪੰਜਾਬ ਤੋਂ ਤੁਰੇ ਹੋਏ ਨਕਸਲੀ, ਪੰਜਾਬ ਤੋਂ ਤੁਰੇ ਹੋਏ ਮਾਓਵਾਦੀ ਤੇ ਹੋਰ ਪਤਾ ਨਹੀਂ ਕੀ ਕੁਝ, ਇੱਥੋਂ ਤੱਕ ਕਿ ਮਾਸ ਖਾਣੇ ਕੀੜੇ ਤੱਕ ਕਿਹਾ ਗਿਆ। ਸਰਕਾਰਾਂ ਲਈ ਇਸ ਤੋਂ ਵੱਡੀ ਬੇਸ਼ਰਮੀ ਕੀ ਹੋ ਸਕਦੀ ਹੈ ਕਿ ਆਪਣੇ ਹੀ ਦੇਸ਼ ਦੇ ਵਾਸੀ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ ਗੱਦੀ ਦੇ ਉੱਤੇ ਪਹੁੰਚਾਇਆ ਹੋਵੇ, ਜੇ ਹੱਕ ਮੰਗਣ ਲਈ ਆ ਗਏ ਤਾਂ ਫਿਰ ਤੁਸੀਂ ਉਹਨਾਂ ਨੂੰ ਇਹ ਸ਼ਬਦ ਦੇ ਕੇ ਨਵਾਜ਼ੋਗੇ। ਪੁੱਛਣਾ ਤਾਂ ਕੀ ਹੈ ਕਿ ਤੁਹਾਨੂੰ ਮੁੱਢਲੀਆਂ ਸਹੂਲਤਾਂ ਦੀ ਲੋੜ ਹੈ, ਕਿਉਂਕਿ ਅੰਦੋਲਨ ਕਰਨਾ ਜਿੱਥੇ ਸਾਡਾ ਲੋਕਤੰਤਰਿਕ ਹੱਕ ਹੈ, ਸੰਵਿਧਾਨਿਕ ਹੱਕ ਹੈ, ਅੰਦੋਲਨ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ, ਉੱਥੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਅੰਦੋਲਨ ਕਰ ਰਿਹਾ ਹੈ ਤਾਂ ਉਸ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਵੇ। ਜ਼ਰੂਰਤਾਂ ਦਾ ਖਿਆਲ ਇਸ ਤਰੀਕੇ ਨਾਲ ਰੱਖਿਆ ਗਿਆ ਕਿ 750 ਤੋਂ ਵੱਧ 750 ਦੇ ਨੇੜੇ ਤੇੜੇ ਸ਼ਹੀਦੀਆਂ ਹੋ ਗਈਆਂ, ਜਿਨ੍ਹਾਂ ਦੇ ਵਿੱਚ ਜਨਕ ਸਿੰਘ ਵੀ ਸ਼ਹੀਦ ਸਨ। ਤੇ ਹੋ ਕੀ ਗਿਆ? ਪਰਿਵਾਰ ਨਾਲ ਸਾਂਝ ਪਾਉਣੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਕੀ ਨਾਮ ਬਾਈ ਜੀ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ ਹੈ। ਬਾਈ ਪਹਿਲੀ ਗੱਲ ਤਾਂ ਇਹ ਕਿ ਅਸੀਂ ਤੁਹਾਡੇ ਲਈ ਉਹ ਘਾਟਾ ਕਦੇ ਨਹੀਂ ਪੂਰਾ ਕਰ ਸਕਦੇ ਜਿਹੜਾ ਘਾਟਾ ਤੁਹਾਨੂੰ ਪਰਿਵਾਰਕ ਤੌਰ ਤੇ ਪਿਆ, ਉਹ ਚਾਹੇ ਦੁਨਿਆਵੀ ਤੌਰ ਤੇ ਪਿਆ ਚਾਹੇ ਪਰਿਵਾਰਕ ਤੌਰ ਤੇ ਪਿਆ। ਪਰ ਅਸੀਂ ਉਸ ਦੁੱਖ ਨੂੰ ਸਮਝਣਾ ਚਾਹੁੰਦੇ ਹਾਂ, ਅਸੀਂ ਉਸ ਦਰਦ ਨੂੰ ਸਮਝਣਾ ਚਾਹੁੰਦੇ ਹਾਂ ਤੇ ਉਸ ਦਰਦ ਨੂੰ ਦੁਨੀਆ ਤੱਕ, ਸਰਕਾਰਾਂ ਤੱਕ, ਹਾਕਮਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਜਿਹੜਾ ਦਰਦ ਤੁਹਾਡੇ ਅੰਦਰ ਤੁਹਾਡੇ ਬਾਪੂ ਜੀ ਦੇ ਜਾਣ ਕਰਕੇ ਹੈ। ਦੁੱਖ ਤਾਂ ਬਾਈ ਜੀ ਹੁਣ ਮੰਨ ਲਾ ਮਾਂ-ਬਾਪ ਦਾ ਸਹਾਰਾ ਇੰਨਾ ਹੁੰਦਾ ਹੈ ਤੇ ਸਭ ਤੋਂ ਵੱਧ ਮੰਨ ਲਾ ਵੀ ਪਿਤਾ ਜੀ ਦੇ ਆਪਾਂ ਨੂੰ ਸਹਾਰਾ ਹੁੰਦਾ ਹੈ। ਜੋ ਐਸ਼ ਪਿਤਾ ਜੀ ਦੇ ਹੁੰਦਿਆਂ ਕਰ ਸਕਦੇ ਆਂਗੇ, ਉਹ ਮੰਨ ਲਾ ਹੋਰ ਕੋਈ ਲੋੜ ਨਹੀਂ ਪੂਰੀ ਕਰ ਸਕਦਾ ਜਿਹੜਾ ਮਾਂ-ਬਾਪ ਲੋੜ ਪੂਰੀ ਕਰਦਾ ਜੀ। ਘਾਟਾ ਤਾਂ ਹੁਣ ਉਹਦੇ ਜਾਣ ਨਾਲ ਹੱਦੋਂ ਵੱਧ ਹੋਏਗਾ, ਘਾਟਾ ਨਹੀਂ ਪੂਰਾ ਹੋ ਸਕਦਾ, ਪਰ ਦੁੱਖ ਇਹਦਾ ਬਹੁਤ ਹੈਗਾ। ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੈਗੀ ਕਿ ਮੇਰੇ ਫਾਦਰ ਸਾਹਿਬ ਨੇ ਜੀ ਪੰਜਾਬ ਦਾ, ਕੌਮ ਦਾ, ਯੂਨੀਅਨ ਦਾ ਤੇ ਪਿੰਡ ਦਾ ਤੇ ਸਾਡੇ ਪਰਿਵਾਰ ਦਾ ਨਾਂ ਸ਼ਹੀਦ ਹੋ ਕੇ ਜੀ ਨਾਮ ਉੱਚਾ ਕਰਿਆਗਾ। ਇਹ ਤੁਹਾਡਾ ਵਡੱਪਣ ਹੈ ਬਾਈ, ਇਹ ਸੱਚਮੁੱਚ ਤੁਹਾਡਾ ਵਡੱਪਣ ਹੈ, ਤੁਹਾਡੇ ਤੇ ਫਖਰ ਕਰਨ ਵਾਲੀ ਗੱਲ ਹੈ, ਤੁਹਾਡੇ ਤੇ ਮਾਣ ਕਰਨ ਵਾਲੀ ਗੱਲ ਹੈ ਕਿ ਜੇ ਤੁਸੀਂ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਹੋ ਕਿ ਤੁਹਾਡੇ ਪਿਤਾ ਸਰਦਾਰ ਜਨਕ ਸਿੰਘ ਸ਼ਹੀਦ ਹੋਏ ਨੇ ਇੱਕ ਕਾਰਜ ਦੇ ਲਈ। ਹਾਂਜੀ, ਇਹ ਤੁਸੀਂ ਵੱਡੀ ਗੱਲ ਮੰਨ ਰਹੇ ਹੋ। ਬਈ ਕਾਰਨ ਕੀ ਬਣਿਆ ਸੀਗਾ ਜਦੋਂ ਇੱਥੋਂ ਗਏ ਨੇ ਦਿੱਲੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ? ਉਹ ਕੀ ਕਾਰਨ ਬਣਿਆ, ਕੀ ਵਿਪਤਾ ਪਈ ਉਦੋਂ? ਵਿਪਤਾ ਤੇ ਜਾਣ ਵੇਲੇ ਤਾਂ ਜੀ ਦੇਖੋ ਉਹ ਇੰਨਾ ਖੁਸ਼ੀ ਗਏ ਨੇਗੇ
ਤੇ ਹੱਦੋਂ ਵੱਧ ਹੀ ਖੁਸ਼ੀ ਸੀਗੀ, ਮੈਂ ਅੰਦੋਲਨ ਦੇ ਵਿੱਚ ਜਾਣਾ ਹੀ ਜਾਣਾ ਹੈ। ਤੇ ਉਦੋਂ ਪਹਿਲਾਂ ਟੀਵੀਆਂ ਤੇ ਵੀ ਉਹ ਹਰ ਟਾਈਮ ਇਹੀ ਮੰਨ ਲਾ ਵੀ ਲਾਈ ਰੱਖਦੇ ਸੀਗੇ ਚੈਨਲ, ਜਿਹੜੀ ਤੇ ਵੀ ਮੰਨ ਲਾ ਵੀ ਦਿੱਲੀ ਦਾ ਅੰਦੋਲਨ ਦਿਖਾਉਂਦੇ ਸੀ ਜੀ। ਤੇ ਉਸ ਦਾ ਆਸਰ ਹੁੰਦਿਆਂ ਇਹ ਕਹਿੰਦਾ ਵੀ ਮੈਂ ਜਾਣਾ ਹੀ ਜਾਣਾਗਾ। ਚਲੋ ਮੈਂ ਕਿਹਾ ਪਾਪਾ ਜੀ ਕੋਈ ਗੱਲ ਨਹੀਂ ਜਾਇਓ ਜੀ। ਤੇ 26 ਤਰੀਕ ਨੂੰ ਇਹ 26 ਫਰਵਰੀ ਨੂੰ ਉਰੋਂ ਗਏ ਨੇ। ਤੇ ਹੋਰ ਵੀ ਸਾਡੇ ਪਿੰਡ ਦੇ ਉਹਨਾਂ ਦੇ ਨਾਲ ਬਜ਼ੁਰਗ ਵੀ ਤੇ ਮਾਤਾਵਾਂ ਵੀ ਤੇ ਭਾਈ ਵੀ ਸਾਰੇ ਗਏ ਸੀਗੇ ਜੀ। ਤੇ ਉਰੋਂ ਪੂਰੀ ਬੱਸ ਭਰ ਕੇ ਗਈ ਹੈਗੀ। ਤੇ 26 ਤਰੀਕ ਨੂੰ ਉਰੋਂ ਸਵੇਰੇ ਗਏ ਨੇ ਤੇ 27 ਤਰੀਕ ਨੂੰ ਉੱਥੇ ਬ੍ਰੇਨ ਅਟੈਕ ਹੋ ਗਿਆ, ਜੋ ਕਿ ਮੈਨੂੰ ਤਕਰੀਬਨ 12:00 ਵਜੇ ਸੁਨੇਹਾ ਲੱਗਦਾ ਜੀ। ਤੇ ਸੁਨੇਹਾ ਲੱਗਣ ਤੋਂ ਬਾਅਦ ਜੋ ਮੈਨੂੰ ਸੁਨੇਹਾ ਲੱਗਿਆ ਤੇ ਉਦੋਂ ਮੈਨੂੰ ਇਹੀ ਕਿਹਾ ਗਿਆ ਕਿ ਕੋਈ ਗੱਲ ਨਹੀਂ ਵੀ ਠੀਕ ਹੈਗਾ, ਤੇ ਉਹਨੂੰ ਦੌਰਾ ਜਿਹਾ ਪਿਆ ਹੈਗਾ। ਭਾਜੀ ਪਹਿਲਾਂ ਵੀ ਕੋਈ ਬਿਮਾਰੀ ਨਾ ਸੀ? ਮਤਲਬ ਨਹੀਂ ਜੀ, ਪਹਿਲਾਂ ਉਹਨੂੰ ਕਦੇ ਬੁਖਾਰ ਤੋਂ ਇਲਾਵਾ ਹੋਰ ਉਹਨੂੰ ਕੋਈ ਬਿਮਾਰੀ ਨਹੀਂ। ਬੁਖਾਰ ਦੀ ਵੀ ਉਹਨੇ ਦਵਾਈ ਤਕਰੀਬਨ ਪਿੰਡ 'ਚ ਹੀ ਲੈਤੀ, ਅੱਜ ਤੱਕ ਉਹ ਮੰਨ ਲਿਆ ਹਸਪਤਾਲ 'ਚ ਨਹੀਂ ਗਿਆ ਸੀਗਾ। ਜਿਵੇਂ ਆਪਣਾ ਜੱਟ ਸੌਦਾ ਹੁੰਦਾ ਜਿਵੇਂ ਆਪਾਂ। ਤੇ ਬਾਈ ਫਿਰ ਇਹਦਾ ਮਤਲਬ ਤਾਂ ਕਿਤੇ ਇਹ ਵੀ ਹੈ ਜਾਂ ਹੋ ਸਕਦਾ ਵੀ ਉਹ ਉੱਥੇ ਗਏ ਇੰਨੇ ਉਤਸ਼ਾਹਤ ਵੀ ਹੋਏ, ਜਾਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਵੀ ਪੈ ਗਈ ਵੀ ਜੇ ਜ਼ਮੀਨਾਂ ਨਾ ਰਹੀਆਂ ਤਾਂ ਸਾਡਾ ਜਿਉਣਾ ਔਖਾ ਹੋ ਜਾਊਗਾ। ਇਹ ਬੋਝ ਵੀ ਹੋ ਸਕਦਾ ਜਾਂ ਇਹ ਸੋਚ ਵੀ ਹੋ ਸਕਦੀ? ਉੱਥੋਂ ਜਾਣ ਤੋਂ ਪਹਿਲਾਂ ਇਹ ਗੱਲ ਦਾ ਉਹਦੇ ਅਸਰ ਪਹਿਲਾਂ ਹੀ ਕਰ ਰਹੀ ਸੀ ਜੀ ਕਿ ਅੱਛਾ। ਜੇ ਮੰਨ ਲਾ ਵੀ ਸਰਕਾਰ ਨਹੀਂ ਪਿੱਛੇ ਮੁੜਦੀ ਤਾਂ ਆਪਣਾ ਬਣੂਗਾ ਕੀ, ਆਪਣੇ ਬੱਚਿਆਂ ਦਾ ਕੀ ਬਣੂਗਾ। ਇਹ ਗੱਲਾਂ ਦਾ ਇੱਥੇ ਆਮ ਤਕਰੀਬਨ ਸਾਰਿਆਂ ਦੇ ਪਿੰਡ 'ਚ ਹੀ ਸਾਰਿਆਂ ਦੇ ਇਹ ਗ੍ਰਹਿਣ ਹੋ ਗਈ ਦੀ, ਤਾਂ ਜੋ ਸਾਰਾ ਪਿੰਡ ਲਾ ਲਾ, ਪੰਜਾਬ ਲਾ ਲਾ ਤੇ ਸਾਰਾ ਦੇਸ਼ ਲਾ ਲਾ, ਇਸੇ ਕਰਕੇ ਮੰਨ ਲਾ ਵੀ ਇਕੱਠਾ ਹੋਏਗਾ। ਇਹਦਾ ਹਰ ਇੱਕ ਬੱਚੇ ਦੇ ਮਨ 'ਚ ਸੀਗੀ ਵੀ ਆਪਣਾ ਬਣੂਗਾ ਕੀ ਜੇ ਇਹ ਵਾਪਸ ਨਹੀਂ ਹੁੰਦੇ। ਇਹਦਾ ਮਤਲਬ ਬਾਈ ਕਾਰਨ ਤਾਂ ਫਿਰ ਸਰਕਾਰਾਂ ਬਣਦੀਆਂ ਸਿੱਧੇ ਤੌਰ ਦੇ ਉੱਤੇ, ਜਿੰਨੇ ਵੀ ਸ਼ਹੀਦ ਹੋਏ। ਮੇਨ ਸਰਕਾਰ ਹੈ ਜੀ ਇਸ ਦਾ ਕਾਰਨ। ਜਿਹੜੇ ਸ਼ਹੀਦੀਆਂ ਪਾਈਆਂ ਨੇ ਜੀ, ਇਹੀ ਮੇਨ ਕਾਰਨ ਹੈਗਾ, ਕਿਉਂਕਿ ਜਿਹੜੇ ਬ੍ਰੇਨ ਅਟੈਕ ਹੋਏ ਨੇ ਜਾਂ ਮੰਨ ਲਾ ਕੋਈ ਵੀ ਉੱਥੇ ਦੌਰਾ ਪਿਆ ਹੋਰ ਹੋਇਆ, ਤੇ ਇਹ ਕਾਰਨ ਇਹੀ ਹੋਇਆ ਜੀ। ਤੇ ਹਰੇਕ ਦੇ ਮਨ ਦੇ ਵਿੱਚ ਇਹੀ ਚੱਲ ਰਿਹਾ ਸੀਗਾ ਵੀ ਆਪਣਾ ਬਣੂਗਾ ਕੀ ਜੀ। ਇਹ ਬਣੂਗਾ ਕੀ ਦਾ ਸਵਾਲ ਪਿਆਰੇ ਦਰਸ਼ਕੋ ਸੱਚਮੁੱਚ ਗੰਭੀਰ ਸਵਾਲ ਸੀ ਉਸ ਵਕਤ, ਔਰ ਹੁਣ ਵੀ ਇਹ ਸਵਾਲ ਖਤਮ ਨਹੀਂ ਹੋਇਆ, ਕਿਉਂਕਿ ਅੰਦੋਲਨ ਮੁੱਕਿਆ ਨਹੀਂ, ਮੁਲਤਵੀ ਹੋਇਆ। ਇਹ ਗੱਲ ਤੁਹਾਡੇ ਲਈ ਜਾਣਨੀ ਬੜੀ ਜ਼ਰੂਰੀ ਹੈ ਕਿ ਅੰਦੋਲਨ ਮੁੱਕਿਆ ਨਹੀਂ, ਅੰਦੋਲਨ ਮੁਲਤਵੀ ਹੋਇਆ, ਕਿਉਂਕਿ ਸਾਰੀਆਂ ਮੰਗਾਂ ਦੇ ਵਿੱਚੋਂ ਇੱਕ ਮੁੱਢਲੀ ਮੰਗ, ਉਹ 3 ਜਿਹੜੇ ਕਾਨੂੰਨ ਨੇ ਉਹਨਾਂ ਦਾ ਰਿਪੀਲ ਹੋਣਾ ਸੀ, ਉਹਨਾਂ ਦਾ ਵਾਪਸ ਹੋਣਾ ਸੀ, ਉਹਨਾਂ ਦਾ ਵਾਪਸ ਲਿਆ ਜਾਣਾ ਸੀ। ਸਿਰਫ ਇੱਕ ਉਹੀ ਹੈ, ਬਾਕੀ ਸਾਰਾ ਕੁਝ ਪਿਆ। ਹਾਲੇ ਸਭ ਤੋਂ ਮਹੱਤਵਪੂਰਨ ਚੀਜ਼ਾਂ ਦੇ ਵਿੱਚੋਂ ਮਿਨੀਮਮ ਸਪੋਰਟ ਪ੍ਰਾਈਜ਼, ਘੱਟੋ ਘੱਟ ਸਮਰਥਨ ਮੁੱਲ, ਅਤੇ ਲਖੀਮਪੁਰ ਖੀਰੀ ਦੀ ਜਿਹੜੀ ਸਭ ਤੋਂ ਭਿਆਨਕ ਘਟਨਾ, ਉਹ ਕਤਲ ਜਿਹੜੇ ਹੋਏ ਨੇ, ਉਹਨਾਂ ਕਤਲਾਂ ਦਾ ਇਨਸਾਫ ਹਾਲੇ ਦੂਰ ਦੀ ਕੌਡੀ ਲੱਗਦਾ, ਕਿਉਂਕਿ ਇਸ ਦੇ ਵਿੱਚ ਸਾਡਾ ਨਿਆਂਤੰਤਰ ਵੀ ਆਉਂਦਾ ਹੈ। ਮਾਫ ਕਰਨਾ ਕਿ ਪੱਤਰਕਾਰਤਾ ਕਰਦੇ ਹੋਏ ਇਹ ਸ਼ਬਦ ਜੇਕਰ ਵਰਤਣਾ ਪੈਂਦਾ ਕਿ ਹਾਲੇ ਨਿਆਂਤੰਤਰ ਵੀ ਵਿੱਚ ਆਉਂਦਾ, ਤਾਂ ਮੈਂ ਸਵਾਲੀਆ ਨਿਸ਼ਾਨ ਵੀ ਨਾਲ ਖੜਾ ਕਰਦਾ। ਲਖੀਮਪੁਰ ਖੀਰੀ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਕਤਲ ਕਾਂਡ ਸੀ, ਉਸ ਦਾ ਇਨਸਾਫ ਨਹੀਂ ਮਿਲਦਾ, ਤਾਂ ਸਵਾਲ ਨਿਆਂਤੰਤਰ ਦੇ ਉੱਤੇ ਚੁੱਕਿਆ ਜਾਣਾ ਲਾਜ਼ਮੀ ਹੈ। ਬਾਪੂ ਜੀ ਕੀ ਨਾਂ ਤੁਹਾਡਾ? ਨਛੱਤਰ ਸਿੰਘ ਜੀ। ਬਾਈ ਜਨਕ ਸਿੰਘ ਹੋਰਾਂ ਦੀ ਪਿੰਡ ਦੇ ਵਿੱਚ ਕਿੱਦਾਂ ਦੀ ਰਹਿਣੀ ਬਹਿਣੀ, ਜਾਂ ਤੁਹਾਡੇ ਨਾਲ ਤੁਹਾਡੇ ਹਾਣੀ ਸੀ, ਤੁਹਾਡੇ ਹਮ ਉਮਰ ਸੀ, ਕਿੱਦਾਂ ਦੇ ਵਿਚਰਦੇ ਸੀ, ਔਰ ਦਿੱਲੀ ਜਾਣ ਨੂੰ ਲੈ ਕੇ ਜਾਂ ਸੰਘਰਸ਼ ਨੂੰ ਲੈ ਕੇ ਜਾਂ ਧਰਨਿਆਂ ਨੂੰ ਲੈ ਕੇ ਕੀ ਸੋਚ ਰਹੇ ਸੀਗੇ ਉਹ? ਦੇਖੋ ਜੀ, ਸੋਚ ਤਾਂ ਵਧੀਆ ਸੋਚਦੇ ਬੰਦੇ ਦੇ ਜੀ। ਮਿਹਨਤ ਕਰਨ ਵਾਲੇ, ਖੇਤੀ ਬੱਤੀ ਦਾ ਕੰਮ ਕਰਨ ਵਾਲਾ ਵਧੀਆ ਕਿਸਾਨ ਤੀ। ਥੋੜੀ ਜ਼ਮੀਨ ਤੀ ਕਿਸਾਨ ਲਵੇ, 5-6 ਕਿੱਲਿਆਂ ਦਾ ਮਾਲਕ ਤੀ। 5-6 ਕਿੱਲਿਆਂ ਦਾ ਮਾਲਕ ਤਾਂ ਇੱਕ ਮਜ਼ਦੂਰ ਦੇ ਬਰਾਬਰ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ ਜੀ। ਤੇ ਇਹ ਬੰਦਾ ਹਰੇਕ ਸੋਚਦਾ ਜੀ ਉਸ ਟਾਈਮ ਦੇ ਵਿੱਚ ਵੀ ਜ਼ਮੀਨਾਂ ਜੇ ਸਾਡੀਆਂ ਚਲੀਆਂ ਗਈਆਂ, ਅਸੀਂ ਕਿੱਥੋਂ, ਮਤਲਬ ਸਾਡੇ ਬੱਚਿਆਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਕੁਛ ਇਹ ਚੀਜ਼ਾਂ ਦਾ ਸੋਚਦੇ ਤੇ ਉਹ। ਤੇ ਬਾਰ-ਬਾਰ ਮੇਰੀ ਡਿਊਟੀ ਲੱਗੀ ਹੁੰਦੀ ਸੀ ਪਿੰਡ ਦੇ ਵਿੱਚ, ਲਾਈ ਹੋਈ ਸੀ ਜਥੇਬੰਦੀ ਵੱਲੋਂ ਬੰਦੇ ਭੇਜਣ ਦੀ, ਲਿਖਤ ਪੜ੍ਹਤ ਮੈਂ ਰੱਖਦਾ ਸੀ ਸਾਰਾ ਰਿਕਾਰਡ। ਤੇ ਉਹ 2-3 ਵਾਰੀ ਉਹਨਾਂ ਨੇ ਜਾਣ ਦੀ ਪਹਿਲਾਂ ਕੋਸ਼ਿਸ਼ ਕੀਤੀ, ਸਾਡੀ ਗੱਡੀ 'ਚ ਬੰਦੇ ਵੱਧ ਜਾ ਕਰਨ। ਫਿਰ ਉਦੋਂ ਬਾਅਦ 26 ਤਰੀਕ ਨੂੰ ਅਸੀਂ ਮਤਲਬ ਇੱਕ ਬੱਸ ਭਰ ਕੇ ਲੈ ਕੇ ਗਏ ਤੇ ਇੱਥੋਂ। ਫਿਰ ਅਸੀਂ ਉਹਨਾਂ ਦੀ ਪਹਿਲਾਂ ਡਿਊਟੀ ਲਾਈ ਵੀ ਜਨਕ ਸਿੰਘ ਜੀ, ਉਹ ਜਦੋਂ ਤੁਸੀਂ ਬਾਰ-ਬਾਰ 2-3 ਵਾਰੀ ਪਹਿਲਾਂ ਰਹਿ ਗਏ, ਉਹ ਮੈਨੂੰ ਬਾਰ-ਬਾਰ ਕਿਹਾ ਕਰੇ ਵੀ ਮੈਂ ਜਾਣਾ ਜ਼ਰੂਰ। ਫਿਰ ਉਹ ਅਸੀਂ ਨੇ ਮਤਲਬ ਬੱਸ ਦੇ ਵਿੱਚ ਗਏ, ਉਹ ਜਾਣ ਸਾਰ ਬੱਸ ਕੁਦਰਤੀ ਉੱਥੇ ਜਾ ਕੇ ਉਹਨਾਂ ਦੇ ਦਿਮਾਗ ਤੇ ਅਸਰ ਪੈ ਗਿਆ, ਕੁਦਰਤੀ ਵੀ ਇਹ ਸੋਚ ਪੈਦਾ ਹੋ ਗਈ ਵੀ ਲੋਕ ਬਹੁਤ ਬੈਠੇ ਨੇ, ਉੱਥੇ ਜਾ ਕੇ ਪ੍ਰਭਾਵ ਪੈ ਜਾਂਦਾ ਜੀ ਬੰਦੇ ਦਾ। ਬਸ ਉੱਥੇ ਜਾ ਕੇ ਉਹਨਾਂ ਨੂੰ ਅਟੈਕ ਵਗੈਰਾ ਹੋ ਗਿਆ ਜੀ, ਇਹਦੇ ਨਾਲ ਹੀ ਮਤਲਬ ਉਹਨਾਂ ਦੀ ਮੌਤ ਹੋਈ ਆ। ਇਹਨਾਂ ਸ਼ਹੀਦੀਆਂ ਨੂੰ ਜਾਂ ਇਹਨਾਂ ਸੰਸਾਰ ਦੇ ਉੱਤੋਂ ਇਹਨਾਂ ਮਨੁੱਖਾਂ ਦੇ ਚਲੇ ਜਾਣ ਨੂੰ ਸਹਿਜ ਨਹੀਂ ਲੈ ਸਕਦੇ, ਕਿਉਂਕਿ ਸਹਿਜ ਵਰਤਾਰੇ ਉਹ ਹੁੰਦੇ ਨੇ ਜਦੋਂ ਅਸੀਂ ਕੁਦਰਤੀ ਤੌਰ ਦੇ ਉੱਤੇ
ਆਪਣੇ ਕਾਰਜ ਕਰਦੇ ਹੋਏ ਇਸ ਸੰਸਾਰ ਤੋਂ ਤੁਰ ਰਹੇ ਹੁੰਦੇ ਆ। ਪਰ ਜਦੋਂ ਸਵਾਲੀਆ ਨਿਸ਼ਾਨ ਸਾਡੀ ਆਪਣੀ ਸਰਕਾਰ ਤੇ ਲੱਗ ਰਹੇ ਹੋਣ ਔਰ ਲਾਉਣ ਵਾਲੇ ਸਾਡੇ ਆਪਣੇ ਲੋਕ ਹੋਣ ਤਾਂ ਫਿਰ ਸੋਚਣਾ ਬਣਦਾ ਸਾਰੀਆਂ ਧਿਰਾਂ ਨੂੰ। ਉਹ ਸਾਰੀਆਂ ਧਿਰਾਂ ਦੇ ਵਿੱਚ ਸਾਡੀ ਉਹ ਧਿਰ ਵੀ ਆਉਂਦੀ ਹੈ ਜਿਹੜੀ ਧਿਰ ਦੀ ਜਿਸ ਧਿਰ ਦੇ ਵਿੱਚੋਂ ਅਸੀਂ ਆਉਂਦੇ ਹਾਂ, ਯਾਨੀ ਕਿ ਮੀਡੀਆ ਖੇਤਰ ਦੇ ਵਿੱਚੋਂ। ਸਾਡੇ ਆਪਣੇ ਬਹੁਤ ਸਾਰੇ ਮੀਡੀਆ ਸਹਿਯੋਗੀ, ਪੰਜਾਬੀਆਂ ਦੀ ਗੱਲ ਨਹੀਂ ਕਰਦਾ, ਰਾਸ਼ਟਰੀ ਪੱਧਰ ਦੇ ਮੀਡੀਆ ਸਹਿਯੋਗੀਆਂ ਦਾ ਕੀ ਰੋਲ ਰਿਹਾ ਉਸ ਵਕਤ, ਇਹ ਸਮਝਣ ਦੀ ਗੱਲ ਹੈ। ਉਸ ਵਕਤ ਜੇਕਰ ਮੀਡੀਆ ਨੇ ਆਪਣੀ ਜ਼ਿੰਮੇਵਾਰੀ ਉਸ ਤਰੀਕੇ ਨਾਲ ਨਿਭਾਈ ਹੁੰਦੀ ਜਿਸ ਦੀ ਸਹੁੰ ਸਾਨੂੰ ਪਵਾਈ ਜਾਂਦੀ ਹੈ ਜਾਂ ਜਿਸ ਦੀ ਪੜ੍ਹਾਈ ਸਾਨੂੰ ਕਰਾਈ ਜਾਂਦੀ ਹੈ, ਜਾਂ ਅਖਲਾਕੀ ਤੌਰ ਦੇ ਉੱਤੇ ਜਿਸ ਤਰੀਕੇ ਦਾ ਮੀਡੀਆ ਨੂੰ ਹੋਣਾ ਚਾਹੀਦਾ ਹੈ ਜਾਂ ਪੱਤਰਕਾਰਤਾ ਨੂੰ ਹੋਣਾ ਚਾਹੀਦਾ, ਤਾਂ ਸ਼ਾਇਦ ਇਸ ਅੰਦੋਲਨ ਦਾ ਚਿਹਰਾ ਮੋਹਰਾ ਰੂਪ ਸਰੂਪ ਕੁਝ ਹੋਰ ਹੋਣਾ ਸੀ ਦੁਨੀਆ ਦੇ ਸਾਹਮਣੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਬਾਈ ਤੁਹਾਡਾ? ਜਰਨੈਲ ਸਿੰਘ ਜੀ। ਜਰਨੈਲ ਬਾਈ, ਤੁਸੀਂ ਬਾਈ ਜਨਖੋਰਾਂ ਦੇ ਨਾਲ ਸੀਗੇ ਜਦੋਂ ਦਿੱਲੀ ਗਏ ਹੋ? ਹਾਂ ਜੀ ਹਾਂ, ਉਹਨਾਂ ਨਾਲ ਹੀ ਆ, ਇਕੱਠੇ ਗਏ ਸੀ, ਇੱਕੋ ਹੀ ਸੀਟ ਤੇ ਬਹਿ ਕੇ ਗਏ ਆਂਗੇ। ਕਿੰਨੇ ਕੁ ਘੰਟਿਆਂ ਦਾ ਸਫ਼ਰ ਸੀ ਤੁਹਾਡਾ ਇੱਥੋਂ ਤੋਂ ਉੱਥੇ ਤੀਂਗਾ? ਅਸੀਂ 5-6-7 ਘੰਟਿਆਂ ਦਾ? ਹਾਂ ਹੋਊਗਾ ਇੰਨਾ ਕੁ ਤਾਂ। ਕੀ ਗੱਲਾਂ ਬਾਤਾਂ ਹੋਈਆਂ? ਕਿਉਂਕਿ ਬਾਈ ਉਹ ਬੰਦਾ ਬੜਾ ਜ਼ਰੂਰੀ ਹੁੰਦਾ ਜਿਹੜਾ ਬੰਦਾ ਅਖੀਰਲੇ ਟਾਈਮ ਜਾਂ ਅਖੀਰਲੇ ਦਿਨ ਬੰਦੇ ਦੇ ਨਾਲ ਰਿਹਾ ਹੋਵੇ। ਉੱਥੇ ਅਸੀਂ 5 ਵਜੇ ਪਹੁੰਚ ਗਏ ਸੀ ਇੱਥੋਂ ਪਿੰਡੋਂ ਤੁਰੇ? ਪਿੰਡੋਂ ਤੁਰ ਕੇ। ਤੇ ਉਦੋਂ ਬਾਅਦ ਉਹ ਲੰਗਰ ਪਾਣੀ ਬਣਾਇਆ, ਉਹ ਛਕਿਆ। ਤੇ ਰਾਤ ਨੂੰ ਐਵੇਂ ਕਹਿੰਦੀ ਵਧੀਆ ਸੁੱਤਾ ਰਿਹਾ। ਅਜੇ ਸਾਡੀ ਤਾਂ ਅੱਖ ਨਹੀਂ ਲੱਗੀ, ਉਹ ਵਧੀਆ ਸੁੱਤਾ ਰਿਹਾ। ਉਹ ਸਫ਼ਰ ਦੀ ਥਕਾਵਟ ਵੀ ਹੋ ਸਕਦੀ ਹੈ। ਚੱਲ ਤੜਕੇ ਨੂੰ ਉੱਠੇ, ਚਾਹ ਪਾਣੀ ਪੀਤਾ, ਸਬਜ਼ੀ ਸੁਬਜ਼ੀ ਬਣਾਈ। ਅੱਛਾ, ਉਹ ਤੁਸੀਂ ਆਪੇ ਸਾਰੇ ਕੰਮ ਆਪ ਹੀ ਕਰਦੇ ਤੇ ਸੀ? ਅੱਛਾ, ਉਹ ਵੀ ਨਾਲੇ ਜਨਖੋਰੀ ਵੀ ਨਾਲੇ ਲੱਗੇ? ਹਾਂ, ਉਸ ਗੇੜੇ ਸਾਡੇ ਨਾਲ ਮਾਈ ਨਹੀਂ ਸੀ ਕੋਈ। ਰੋਟੀ ਟੁੱਕ ਅਸੀਂ ਆਪ ਹੀ ਬਣਾਉਂਦੇ ਰਹੇ ਆਪਦਾ। ਚੱਲ ਰੋਟੀ ਟੁੱਕ ਵੀ ਛਕ ਲਿਆ। ਫਿਰ 10-11 ਵਜੇ ਸਟੇਜ ਚੱਲ ਪਈ, ਰੇਡੂਆ ਲੱਗ ਗਿਆ। ਚਾਹ ਚੂਹ ਉਦੋਂ ਪਹਿਲਾਂ ਪੀ ਲਈ ਤੀ ਅਸੀਂ ਤੇ। ਕਹਿੰਦੇ ਵੀ ਅਸੀਂ ਚਲੋ ਸਟੇਜ ਤੇ ਚੱਲੀਏ। ਅਸੀਂ ਤੁਰ ਪਏ। ਚੱਲ ਰੇਡੂਆ ਬੰਦ ਹੋ ਗਿਆ। ਫਿਰ ਕਹਿੰਦੇ ਯਾਰ ਚਾਹ ਦੁਬਾਰੇ ਬਣਾਓ। ਅੱਛਾ, ਦੁਬਾਰੇ ਬਣਾ ਲਈ। ਦੁਬਾਰੇ ਬਣਾ ਕੇ ਪੀ ਕੇ ਫੇਰ ਗਏ ਅਸੀਂ। ਜਦੋਂ ਅਸੀਂ ਸਟੇਜ ਦੇ ਲਵੇ ਵਾਗੇ, ਉਹਨੂੰ ਕੋਈ ਚੱਕਰ ਆਇਆ ਮਾੜਾ ਮੋਟਾ। ਹੈਗੇ ਤੁਸੀਂ ਨਾਲੇ ਸੀ ਸਾਰੇ? ਨਾਲ ਹੀ ਤੇ ਸੀ ਸਾਰੀ ਤੇ। ਚੱਲ ਫੇਰ ਉਹ ਉੱਥੇ ਗੀੜਾ ਜਿਹਾ ਖਾ ਗਿਆ। ਅਸੀਂ ਫੜ ਲਿਆ। ਫਿਰ ਗਾਹਾਂ ਜਦੋਂ ਵਾਗੇ ਸੀ ਮੈਟ ਤੇ ਬਿਠਾਤਾ। ਇੱਕ ਮੁੰਡਾ ਤੁਹਾਡੇ ਵਰਗਾ ਕਹਿੰਦਾ ਬਾਈ ਲਾਣੇਦਾਰ ਦਾ ਬਲੱਡ ਵਧਿਆ ਹੈ, ਕਹਿੰਦਾ। ਉਹਨੇ ਗੋਲੀ ਦਿੱਤੀ ਛੋਟੀ ਜੀ। ਚੱਲ ਲੈ ਕੇ ਫਿਰ ਪਏਗਾ ਉੱਥੇ, ਫੇਰ ਸੌਂ ਗਿਆ। ਅੱਛਾ, ਵਧੀਆ ਸੁੱਤਾ ਰਿਹਾ ਅੱਧਾ ਪੌਣਾ ਘੰਟਾ ਦੁਪਹਿਰੇ ਵਕਤ? ਉਦੋਂ ਹਾਂ 12 ਦਾ ਟਾਈਮ ਸੀ ਜਣੇ। ਹਾਂ। ਚੱਲ ਫੇਰ ਅੱਧੇ ਪੌਣੇ ਘੰਟੇ ਬਾਅਦ ਉਹਨੂੰ ਉੱਪਰ ਛਾਲ ਆ ਗਈ। ਚੱਲ ਅਸੀਂ ਉੱਥੇ ਕੈਂਪ ਚਲੇ ਗਏ। ਕੈਂਪ 'ਚ ਇਸਨੇ ਮੇਰਾ ਭਾਈ ਹੈ ਜ਼ਿਲ੍ਹਾ ਪ੍ਰਧਾਨ ਜੀ ਅਮਰੀਕ, ਉਹ ਬੁਲਾ ਲਿਆ। ਉਹਨਾਂ ਨੇ ਗੱਡੀ ਲਿਆਂਦੀ। ਫਿਰ ਅਸੀਂ ਉੱਥੇ ਹਸਪਤਾਲ ਚਲੇ ਗਏ ਨੂੰ, ਬਹਾਦਰਗੜ੍ਹ। ਫਿਰ ਅਸੀਂ ਉਰੇ ਇਹਨੂੰ ਮੁੰਡੇ ਨੂੰ ਫੋਨ ਕੀਤਾ। ਚਲੇ ਕਹਿੰਦਾ ਕੋਈ ਨਾ ਅਸੀਂ ਆਉਂਦੇ ਆਂਗੇ। ਚੱਲ ਫਿਰ ਜੀ ਇਹਦਾ ਰਾਤ ਨੂੰ ਕਹਿੰਦਾ 10 ਵਜੇ ਅਸੀਂ ਦਾਖਲ ਉਹਨੂੰ ਕਰਤਾ ਸੀਗਾ। ਦਵਾਈ ਸ਼ੁਰੂ ਕਰਤੀ ਸੀ। ਤੇ ਰਾਤ ਨੂੰ ਜਿਹੜੇ ਉਹ ਡੈਡ ਹੋ ਗਿਆ ਜਮਾ। ਤੜਕੇ 4 ਵਜੇ ਫਿਰ ਉਹਦੀ ਸੁਰਤ ਆਈ ਉਹਨੂੰ ਬੜੀ ਮੁੱਠੀ। ਚੱਲ ਫਿਰ ਤੜਕੇ ਅਸੀਂ ਚਾਹ ਲੈ ਕੇ ਗਏ। ਫਿਰ ਉਸ ਤੋਂ ਬਾਅਦ ਰੋਟੀ ਲੈ ਕੇ ਗਏ। ਬਈ ਨਾਲ ਵਧੀਆ ਹੋਸ਼ 'ਚ ਆ ਗਿਆ ਹੋ ਜਾਣੇ। ਬਾਈ ਮਨ ਤੇ ਬੋਝ ਤਾਂ ਪੈਂਦਾ ਵੀ ਬੰਦਾ ਆਪਣੇ ਨਾਲ ਆਪਣੇ ਪਿੰਡੋਂ ਗਿਆ, ਆਪਣਾ ਬੰਦਾ ਹਨਾ, ਆਪਣੇ ਨਾਲ ਰਹੇ ਨਾਲ, ਆਪਣੇ ਪਿੰਡ ਦਾ ਆਪਣਾ ਗਰਾਈ ਹੁੰਦਾ ਹੀ ਹੈ ਜੀ। ਵੀ ਉਹਨੂੰ ਐ ਇੱਕਦਮ ਕੀ ਹੋ ਗਿਆ, ਬਿਮਾਰ ਠਮਾਰ ਹੋ ਜਾਣਾ। ਮਨ ਤੇ ਬੋਝ ਤਾਂ ਤੁਹਾਡੇ ਵੀ ਪਿਆ। ਬੋਝ ਤਾਂ ਜਣੇ ਪੈਣਾ ਹੀ ਹੈ ਜਦੋਂ ਬੰਦਾ ਨਾਲ ਜਾਂਦਾ। ਚੱਲ ਤੜਕੇ ਨੂੰ ਜਮਾ ਵਧੀਆ ਹੋ ਗਿਆ। ਐਂ ਉੱਠ ਕੇ ਆਪਦਾ ਪਰਨਾ ਜਾਂ ਵੀ ਆਪ ਲੱਗ ਗਿਆ ਦੀ ਲਪੇਟਣਾ। ਫਿਰ ਜਦੋਂ ਐਂਬੂਲੈਂਸ ਕਰਾਈ ਹੈ, ਕਹਿੰਦੇ ਵੀ ਪਟਿਆਲੇ ਲੈ ਚੱਲਦੇ ਆ। ਚੱਲ ਇਹ ਬਾਈ ਕਹਿੰਦਾ ਵੀ ਤੁਸੀਂ 1-2 ਜਣੇ ਸਾਡੇ ਨਾਲ ਚੱਲੋ। ਅਸੀਂ ਆਏ ਹਾਂ ਉੱਥੋਂ 2 ਜਣੇ ਨਾਲ। ਫਿਰ ਪਟਿਆਲੇ ਆ ਕੇ ਅਸੀਂ 3-4 ਵਜੇ ਦਾਖਲ ਕਰਾਤਾ ਸੀ। ਇੱਥੇ ਵੀ ਵਧੀਆ ਸੀ ਉਹ। ਫਿਰ ਇਹਨੂੰ ਵੀ ਮੈਂ ਬਾਈ ਨੂੰ 1-2 ਵਾਰੀ ਫੋਨ ਲਾ ਕੇ ਪੁੱਛਿਆ ਵੀ ਹੁਣ ਕੀ ਹਾਲ ਹੈ। ਹਾਂ ਵੀ ਕਿਵੇਂ ਆ ਦਿਲਾ। ਅਸੀਂ ਦਾਥਣ ਨੂੰ ਆ ਗਏ। ਫਿਰ ਉੱਥੇ ਬੰਦੇ 3-4 ਹੋ ਗਏ। ਇਹ ਕਹਿੰਦਾ ਵੀ ਹੁਣ ਕੁਛ ਫਰਕ ਹੈ, ਜਾਣੇ 30-35 ਪੈਸੇ ਫਰਕ ਹੈਗਾ। ਚਲ ਉਦੋਂ ਬਾਅਦ 2 ਦਿਨ ਰਿਹਾ ਕਿ ਨਹੀਂ ਵਿਚਾਰਾ, 3 ਦਿਨ। ਫਿਰ ਜ਼ਿਆਦਾ ਹਾਲਤ ਖਰਾਬ ਹੋ ਗਈ, ਦੁਬਾਰੇ ਹੋ ਗਿਆ ਅਟੈਕ ਉਹਨੂੰ। ਇਦੋਂ ਬਾਅਦ ਤਾਂ ਤੁਰ ਹੀ ਗਿਆ। ਕੀ ਨਾਮ ਬੇਟਾ ਤੇਰਾ? ਕਮਲਜੀਤ। ਕਮਲਜੀਤ,
ਪੜ੍ਹਦਾ ਹਾਂਜੀ 11ਵੀਂ 'ਚ ਜੀ। 11ਵੀਂ 'ਚ। ਦਾਦੇ ਦਾ ਨਾਂ ਯਾਦ ਹੈ? ਹਾਂਜੀ ਜਨਕ ਸਿੰਘ। ਤੈਨੂੰ ਮਿਲ ਕੇ ਗਿਆ ਸੀ ਦਾਦਾ ਜਾਂਦਾ ਹੋਇਆ ਸੀ? ਤੈਨੂੰ ਪਤਾ ਹੋਵੇ, ਯਾਦ ਹੈ ਜਿੱਦਣ ਪੂਰੇ ਹੋਣ ਤੋਂ ਪਹਿਲਾਂ ਜਦੋਂ ਦਿੱਲੀ ਗਏ, ਤੈਨੂੰ ਯਾਦ ਹੈ ਕੁਝ? ਹਾਂਜੀ ਗਏ, ਮਿਲੇ ਸੀਗੇ, ਮਿਲ ਕੇ ਗਏ ਨੇ। ਉਹ ਥੋੜੀ ਜਲਦੀ ਸੀ 8 ਵਜੇ ਜੀ। ਉਹਨਾਂ ਨੂੰ ਇੱਥੋਂ ਜਾਣ ਦੀ ਚਾਅ ਸੀ ਪੂਰਾ ਜੀ ਜਾਣ ਦਾ ਜੀ। ਸਾਨੂੰ ਮਿਲ ਕੇ ਗਏ ਸੀਗੇ, ਜੱਫੀ ਪਾ ਕੇ ਗਏ ਸੀਗੇ। ਅੱਛਾ। ਹਾਂਜੀ। ਤੇ ਮੇਰਾ ਆਪਦੇ ਸਕੂਲ ਲੱਗਿਆ ਸੀ, ਮੈਂ ਤਾਂ ਸਕੂਲ ਗਿਆ ਸੀਗਾ। ਬਸ ਉਹ ਬਸ 8 ਵਜੇ ਬਸ ਉੱਥੇ ਪਹਿਲੀ ਆਵਾਜ਼ ਜਾ ਖੜੇ ਸੀਗੇ, ਗੱਡੀ ਤੋਂ ਵੀ ਪਹਿਲਾਂ ਹੀ। ਬੱਸ ਦੇ ਤੁਰਨ ਤੋਂ ਪਹਿਲਾਂ ਹੀ ਪਹੁੰਚ ਗਏ? ਹਾਂਜੀ। ਉੱਥੇ ਪੂਰਾ ਚਾਅ ਸੀ ਉਹਨੂੰ, ਪਹਿਲਾਂ 1-2 ਵਾਰ ਪਹਿਲਾਂ ਕੈਂਸਲ ਹੋ ਗਿਆ ਸੀ ਉਹਨਾਂ ਜਾਣਾ ਜੀ। ਹੁਣ ਉਹਦੇ ਪੂਰਾ ਚਾਅ ਸੀ ਉਹਨੂੰ ਜਾਣ ਦਾ ਜੀ। ਤੇ ਉਦੋਂ ਬਾਅਦ ਫਿਰ 2-3 ਦਿਨ ਬਾਅਦ ਤਾਂ ਫਿਰ ਪਤਾ ਲੱਗ ਗਿਆ ਵੀ ਬਿਮਾਰ ਹੋ ਗਈ। ਅਸੀਂ ਸੁਨਾਮ ਗਏ ਸੀਗੇ, ਉੱਥੇ ਵੀ ਉਹ ਪਤਾ ਲੱਗਿਆ ਵੀ ਬਿਮਾਰ ਹੋ ਗਈ ਵੀ। ਫਿਰ ਉਹਦੀ ਡੈਡੀ ਹੋਰੋਂ ਗਏ ਸੀਗੇ ਉੱਥੇ ਦਾਖਲ, ਫਿਰ ਉੱਥੇ ਦਾਖਲ ਕਰਾਇਆ ਜੀ। ਉੱਥੇ ਕਦੇ ਯਾਦ ਆਈ ਹੈ ਦਾਦੇ ਦੀ? ਤੈਨੂੰ ਪਿਆਰ ਕਰਦੇ ਸੀ ਦਾਦਾ ਜੀ? ਪੂਰੇ ਗੂੜਾ ਰਿਸ਼ਤਾ ਸੀਗਾ ਜੀ। ਕੀ ਕਹਿੰਦਾ ਸੀ ਤੂੰ? ਬਾਪੂ ਕਹਿੰਦਾ ਸੀਗਾ? ਹਾਂਜੀ ਬਾਪੂ, ਦਾਦੀ ਹੀ ਕਹਿੰਦੀ ਆ। ਦਾਦਾ ਜੀ ਕਹਿੰਦੇ? ਹਾਂਜੀ, ਪੂਰਾ ਗੂੜਾ ਰਿਸ਼ਤਾ ਸੀਗਾ ਜੀ ਯਾਰ। ਕੀ ਗੱਲਾਂ ਹੁੰਦੀਆਂ ਸੀ? ਕਿਉਂ ਕਹਿੰਦੇ ਆ ਵੀ ਮੂਲ ਨਾਲੋਂ ਵਿਆਜ ਪਿਆਰਾ? ਸ਼ਾਇਦ ਤੂੰ ਨਾ ਸੁਣੀ ਹੋਵੇ ਇਹ ਗੱਲ, ਮੂਲ ਨਾਲੋਂ ਵਿਆਜ ਪਿਆਰਾ। ਤੇਰੇ ਡੈਡੀ ਨਾਲੋਂ ਵੱਧ ਉਹ ਪਿਆਰ ਤੈਨੂੰ ਜਾਂ ਤੇਰੀ ਭੈਣ ਨੂੰ ਕਰਦੇ ਹੋਣਗੇ, ਆਪਣੇ ਪੋਤਾ ਪੋਤੀ ਨੂੰ ਕਰਦੇ ਹੋਣਗੇ। ਕੀ ਗੱਲਾਂ ਸੀ ਜਿਹੜੀਆਂ ਤੁਹਾਡੇ 'ਚ ਹੁੰਦੀਆਂ ਸੀ, ਜਾਂ ਤੈਨੂੰ ਕੀ ਗੱਲ ਯਾਦ ਆਉਂਦੀ ਹੈ ਤੇਰੇ ਦਾਦੇ ਦੀ? ਗੱਲ ਤਾਂ ਜੀ ਪੂਰਾ ਬਸ ਖੇਡਦੇ ਖੂਡਦੇ ਸੀ ਪੂਰੇ ਇੱਕ ਦੂਏ ਨਾਲ, ਹੱਸਦੇ ਖੇਡਦੇ ਸੀ? ਹਾਂਜੀ ਬਸ ਪੂਰਾ ਚਾਅ ਨਾਲ ਵੀ ਖੇਡਦੇ ਸੀਗੇ, ਪੂਰੇ ਹੱਸ ਖੇਡ ਕੇ ਪੂਰੇ ਖੁਸ਼ ਰਹਿੰਦੇ ਸੀ। ਉਹਦਾ ਕੋਈ ਬਿਮਾਰ ਬਮੂਰ ਨਹੀਂ ਸੀਗੇ ਹੁੰਦੇ, ਨਾ ਕੁਛ ਹੋਰ ਸੀਗਾ, ਨਾ ਬਿਮਾਰੀ ਸੀ ਕੋਈ। ਪੂਰਾ ਖੇਤ ਜਾਂਦੇ, ਇਕੱਠੇ ਵਗ ਜਾਂਦੇ। ਅੱਛਾ। ਹਾਂਜੀ, 2 ਜਣੇ ਤੁਸੀਂ? ਹਾਂਜੀ। ਖੇਤ ਤੇ ਪੂਰਾ ਉੱਥੇ ਪੂਰਾ ਖੁਸ਼ ਰਹਿੰਦੇ। ਇੱਕੋ ਲੱਤ ਬਸ ਬਿਮਾਰ ਜੇ ਉੱਥੇ ਅਟੈਕ ਆ ਗਿਆ, ਬ੍ਰੇਨ ਅਟੈਕ। ਬਸ ਪੂਰਾ ਵਧੀਆ ਸੀਗੇ। ਹੁਣ ਯਾਦ ਆਉਂਦੀ ਹੈ ਕਦੇ ਯਾਦ ਆਈ ਹੋਵੇ? ਪੂਰੀ ਯਾਦ ਆਉਂਦੀ, ਰੋਜ਼ ਆਉਂਦੀ ਜੀ। ਨੀਂਦ ਵੀ ਘੱਟ ਆਉਣ ਲੱਗ ਗਿਆ ਹੁਣ ਤਾਂ, ਜਿੱਦਾਂ ਦੇ ਬਸ ਡੈਥ ਹੋਈ ਹੈ ਜੀ, ਨੀਂਦ ਘੱਟ ਗਈ ਉਹਦੀ। ਕਰਦੇ ਦਿਲ ਦੀ ਗੱਲ, ਜੋ ਤੇਰੇ ਦਿਲ ਦੀ ਗੱਲ ਕਰ। ਬਸ ਹੁਣ ਤਾਂ ਪੂਰਾ ਮਨ 'ਚ ਆਉਂਦਾ ਜੀ ਹੁਣ ਰੋਜ਼। ਕੀ ਆਉਂਦਾ ਮਨ 'ਚ? ਵੀ ਜੇ ਨਾ ਹੀ ਗਏ ਹੁੰਦੇ ਵੀ ਉਦੋਂ ਵੀ ਕਦੇ ਪਹਿਲਾਂ ਹੀ ਕੈਂਸਲ ਹੋ ਗਿਆ ਜੀ, ਉਦੋਂ ਵਗ ਜਾਂਦੇ ਕਈ ਵਾਰ। ਬਸ ਐਂ ਰਹਿੰਦਾ ਜੀ। ਹੋ ਸਕਦਾ ਠੀਕ ਹੈ ਰਹਿੰਦੇ? ਹਾਂਜੀ, ਪਤਾ ਕੁਛ ਨਹੀਂ ਸੀ, ਐਂ ਰਹਿੰਦਾ ਜੀ ਵੀ ਉਹਦੀ। ਜ਼ਰੂਰੀ ਨਹੀਂ ਹਰ ਵਾਰ ਕਿ ਤੁਹਾਡੀਆਂ ਭਾਵਨਾਵਾਂ ਨੂੰ ਸ਼ਬਦ ਮਿਲਦੇ ਹੋਣ। ਚੁੱਪ ਦੇ ਅਰਥਾਂ ਦੇ ਵਿੱਚੋਂ ਲੱਭ ਲੈਣਾ ਬੜਾ ਲਾਜ਼ਮੀ ਹੁੰਦਾ ਹੈ। ਸ਼ਹਾਦਤਾਂ ਦੇ ਇਸ ਸਫ਼ਰ ਤੋਂ, ਪਿੰਡ ਗੰਡੂਆਂ ਦੀ ਇਸ ਧਰਤੀ ਤੋਂ ਵਿਦਾ ਲੈਣ ਦਾ ਵਕਤ ਹੋਇਆ, ਪਰ ਇਹ ਜ਼ਰੂਰ ਸਮਝਦੇ ਹਾਂ ਕਿ ਇਹ ਸ਼ਹਾਦਤਾਂ ਦਾ ਸਫ਼ਰ ਨਿਰੰਤਰ ਜਾਰੀ ਰਹਿਣਾ ਚਾਹੀਦਾ ਤੇ ਇਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਆਵਾਜ਼ ਨਾ ਸਿਰਫ ਤੁਹਾਡੇ ਤੱਕ ਪਹੁੰਚੇ ਬਲਕਿ ਉਹਨਾਂ ਤੱਕ ਵੀ ਪਹੁੰਚੇ ਜੋ ਇਹਨਾਂ ਸ਼ਹਾਦਤਾਂ ਨੂੰ ਨਾ ਗਿਣਦੀਆਂ ਨੇ ਤੇ ਨਾ ਕਦੇ ਕਿਸੇ ਗਿਣਤੀ ਮਿਣਤੀ 'ਚ ਰੱਖਦੀਆਂ ਨੇ। ਆਓ ਸ਼ਹਾਦਤਾਂ ਦੇ ਪਿੰਡ ਗੰਡੂਆਂ ਦੇ ਅੱਜ ਦੇ ਇਸ ਬੂਹੇ ਨੂੰ ਇੱਥੇ ਹੀ ਢੋ ਚੱਲਦੇ ਹਾਂ, ਬੰਦ ਕਰ ਚੱਲਦੇ ਹਾਂ।